ਆਸਾ ਮਹੱਲਾ ਚੌਥਾ। ਛੰਤ ਘਰ ਚੌਥਾ। ਪੇਜ 448 449। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 448 ਤੇ 449 ਤੇ ਅਸੀਂ ਇੱਕ ਐਸਾ ਗਿਆਨ ਸ਼ੁਰੂ ਕਰ ਰਹੇ ਹਾਂ ਅੱਜ, ਜਿਹੜਾ ਕਿ ਕਈ ਪਤਾ ਨਹੀਂ ਕਦੋਂ ਕਦੀ ਜਦੋਂ ਕਦੀ ਆਸਾ ਜੀ ਦੀ ਵਾਰ ਦਾ ਪਿਆਰ ਨਾਲ ਸਿੱਖ ਰਾਗੀ ਸਿੰਘ ਗਾਉਂਦੇ ਔਰ ਸਾਰੀ ਸੰਗਤ ਪਿਆਰ ਨਾਲ ਸੁਣਦੀ ਆ ਰਹੀ ਹੈ ਕਈ 100 ਸਾਲਾਂ ਤੋਂ। ਲੇਕਿਨ ਅੱਜ ਅਸੀਂ ਇੱਕ ਨਵਾਂ ਖੋਜ ਦਾ ਵਿਸ਼ਾ ਨਹੀਂ ਆਏ। ਇਹ ਸਿਰਫ ਐਸੀ ਹੈ ਵੀ ਜਦੋਂ ਉਹ ਜਿਹੜਾ ਪਹਿਲਾ ਛੱਕਾ ਪੜ੍ਹਦੇ ਹੈ, ਹਰ ਅੰਮ੍ਰਿਤ ਭਿੰਨੇ ਲੋਹਣਾ ਮਨ ਪ੍ਰੇਮੇ ਰਤਾ ਰਾਮ ਰਾਜੇ, ਔਰ ਉਹਦਾ ਪੰਨਾ ਹੈ 448 449 ਪੇਜ 448 449। ਇੱਥੋਂ ਅਸੀਂ ਗਿਆਨ ਸ਼ੁਰੂ ਕਰਨਾ। ਔਰ ਜਿਹੜਾ ਆਸਾ ਦੀ ਵਾਰ ਤੋਂ ਪਹਿਲਾਂ ਉਹ ਛੱਕੇ ਛੰਦ ਪੜ੍ਹਦੇ ਹੈ ਬੜੇ ਪਿਆਰ ਦੇ ਨਾਲ, ਉੱਥੋਂ ਬਾਅਦ ਫਿਰ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੀ ਅਸ ਰਾਜੇ ਕੀ ਧੁਨੀ, ਉਹ ਫਿਰ ਸਾਰੀ ਆਸਾ ਦੀ ਵਾਰ ਦਾ ਜਿਹੜਾ ਉਹ ਪੌੜੀਆਂ ਹੈ 24, ਉੱਥੋਂ ਪਹਿਲਾਂ ਜਿਹੜੇ ਸਲੋਕ ਆ ਉਹ ਵੀ ਉਹ ਸਾਰੇ ਫਿਰ ਉਹ ਪੜ੍ਹਦੇ ਨੇ। ਔਰ ਆਸਾ ਜੀ ਦੀ ਵਾਰ ਦੀਆਂ ਪੌੜੀਆਂ ਜਿਹੜੀਆਂ ਉਹ ਵੀ 24 ਨੇ, ਲੇਕਿਨ ਉਹ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੇ ਨਾਲ ਛੱਕੇ ਨਹੀਂ ਲਿਖੇ ਗਏ ਜਿਹੜੇ ਕਿ ਪੜ੍ਹਦੇ ਹਾਂ ਅਸੀਂ। ਔਰ ਰੀਤ ਤੁਰ ਪਈ ਹੈ ਵੀ ਸਵੇਰ ਵੇਲੇ ਆਸੇ ਦੀ ਵਾਰ ਸ਼ੁਰੂ ਚੋਂ ਰਾਗੀ ਸਿੰਘ ਪਿਆਰ ਨਾ ਹਰ ਅੰਮ੍ਰਿਤ ਭਿੰਨੇ ਲੋਹਣਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ, ਇਹ ਸ਼ੁਰੂ ਕਰਦੇ ਹਾਂ। ਔਰ ਬਾਣੀ ਦਾ ਸਤਿਕਾਰ, ਬਾਣੀ ਨਾਲ ਪਿਆਰ। ਲੇਕਿਨ ਜਦੋਂ ਅਸੀਂ ਬਾਬੇ ਨਾਨਕ ਦੇ ਹੁਣ ਹੁਕਮ ਦੇਖਦੇ ਹਾਂ ਵੀ ਉਹ ਕਹਿੰਦੇ ਵੀ ਜਿਹੜੀ ਇਹ ਬਾਣੀ ਹੈ ਇਹ ਕਾਹਦੇ ਲਈ ਸੀ? ਗੁਰੂ ਬਾਬੇ ਨਾਨਕ ਦਾ ਹੁਕਮ ਹੈ ਸਮਝੇ ਸੂਝੇ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ। ਜਿਹੜੀ ਬਾਣੀ ਉਹਨਾਂ ਨੂੰ ਉੱਤੋਂ ਆਉਂਦੀ ਸੀ ਉਹ ਗਿਆਨ ਲਿਖਦੇ ਇਸ ਬਾਣੀ ਨੂੰ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਸਾਰਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਗਿਆਨ ਕਲਾ ਹੈ ਇਹਦੇ 'ਚ। ਲੇਕਿਨ ਅੰਮ੍ਰਿਤ ਤੇ ਪਾਰਸ ਕਲਾ ਪਰਮੇਸ਼ਰ ਦੇ ਨਾਮ 'ਚ ਹੈ। ਜੇ ਸਾਰੀ ਬਾਣੀ ਦੀ ਖੋਜ ਕੀਤੀ ਜਾਏ ਔਰ ਜੋ ਤੁਸੀਂ ਰੋਜ਼ ਸੁਣਦੇ ਹੋ, ਅਸੀਂ ਹੁਣੇ ਛੱਕੇ ਪੜ੍ਹਾਂਗੇ। ਔਰ ਇਹ ਜਿਹੜਾ ਇਹ ਵੀ 24 6 ਛੱਕੇ ਹੈ। ਔਰ ਇਹ 6 ਛੱਕੇ ਦਾ ਮਤਲਬ ਹੈ ਵੀ ਇਹ 6 ਛੱਕੇ ਔਰ ਨਾਲ 4 ਛੰਦ ਹੈ ਇੱਕ ਛੱਕੇ 'ਚ। ਔਰ ਇਹ ਸਾਰੇ ਛੰਦ ਮਿਲਾ ਕੇ 24 ਛੰਦ ਬਣਦੇ ਨੇ। 6 ਚੌਕਾ 24। ਉਧਰ ਆਸੇ ਦੀ ਵਾਰ ਦੀਆਂ ਦੀ ਪੌੜੀਆਂ ਵੀ 24 ਨੇ। ਔਰ ਅਖੀਰ ਤੇ ਫਿਰ ਜਾ ਕੇ ਪੌੜੀ ਕਲੋਜ਼ ਹੁੰਦੀ ਹੈ ਜਿੱਥੇ। ਔਰ ਦੋਵਾਂ ਮਹੱਲਿਆਂ ਦੀ ਸਿਰਫ ਉਹ ਬਾਣੀ ਹੈ ਆਸਾ ਜੀ ਦੀ ਵਾਰ। ਔਰ ਇਹਦਾ ਹੈਡਿੰਗ ਆਸਾ ਜੀ ਦੀ ਵਾਰ ਨਹੀਂ, ਆਸਾ ਦੀ ਵਾਰ ਨਹੀਂ ਹੈ, ਕਿਉਂਕਿ ਢਾਡੀਆਂ ਦੀ ਵਾਰਾਂ ਪੌੜੀਆਂ ਇਹ ਸਾਰਾ ਕੁਛ ਢਾਡੀ ਗਾਉਂਦੇ ਸੀ। ਔਰ ਢਾਡੀਆਂ ਨੇ ਲਿਖੀ ਇਹ ਸਾਰੀ ਚੀਜ਼, ਕਿਉਂਕਿ ਪੌੜੀਆਂ ਢਾਡੀਆਂ ਦੀਆਂ ਹੁੰਦੀਆਂ ਸੀ। ਸਾਡੀਆਂ ਜਿਹੜੀ ਇਹ ਆਸਾ ਦੀ ਵਾਰ ਦੀ ਪੌੜੀ ਹੈ ਇਹ ਢਾਡੀਆਂ ਦੀ ਤਰਜ਼ਾਂ ਦੇ ਉੱਤੇ ਧੁਨਾਂ ਲਿਖੀਆਂ ਸਾਰੀਆਂ। ਕਿਹੜੀ ਧੁਨ 'ਚ ਗਾਉਣਾ? ਇਹ ਟੁੰਡੀ ਅਸ ਰਾਜੇ ਕੀ ਧੁਨੀ 'ਚ ਆਸਾ ਦੀ ਵਾਰ ਹੈ। ਲੇਕਿਨ ਅਸੀਂ ਜਦੋਂ ਹੈਰਾਨ ਰਹਿ ਜਾਂਦੇ ਹਾਂ ਵੀ ਪੁਰਾਣੀਆਂ ਸਾਰੀਆਂ 5 ਗ੍ਰੰਥੀਆਂ ਜੋ ਪਹਿਲਾਂ ਸਾਰੀ ਆਸਾ ਦੀ ਵਾਰ ਕੰਪਲੀਟ ਅਲੱਗਾ ਹੈ ਔਰ ਉਹਦੇ ਨਾਲ ਛੱਕੇ ਛੰਦ ਨਹੀਂ ਸੀ ਲਾਉਂਦਾ ਕੋਈ ਵੀ। ਨਿਰੋਲ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੀ ਅਸ ਰਾਜੇ ਕੀ ਧੁਨੀ। ਉਹਦੇ ਪੌੜੀਆਂ ਤੋਂ ਪਹਿਲਾਂ ਕੋਈ ਸਲੋਕ ਲੱਗੇ ਹੁੰਦੇ। ਹਰ ਪੌੜੀ ਤੋਂ ਪਹਿਲਾਂ ਜਿਹੜੇ ਪੌੜੀ ਦੇ ਭਾਵ ਅਰਥਾਂ ਨਾਲ ਮਿਲਦੇ ਹੁੰਦੇ ਉਹ ਸਲੋਕ ਲਾਤੇ।
ਔਰ ਉਹ ਫਿਰ ਪੌੜੀ ਦੀ ਜਿਹੜੀ ਅਖੀਰਲੀ ਨਿੱਕੀ ਜਿਹੀ ਲਾਈਨ ਹੁੰਦੀ ਉਹ ਪੌੜੀ ਦਾ ਰਹਾਉ ਹੁੰਦਾ ਹੈ, ਉਹਦੇ ਲਈ ਸਾਰੀ ਪੌੜੀ ਲਿਖੀ ਹੁੰਦੀ, ਛੋਟੀ ਜਿਹੀ ਲਾਈਨ ਲਈ ਅਖੀਰ 'ਤੇ ਜਿਹੜੀ ਆਉਂਦੀ ਪੌੜੀ ਦੇ। ਔਰ ਉੱਥੋਂ ਪਹਿਲਾਂ ਜਿਹੜੇ ਸ਼ਲੋਕ ਪੜ੍ਹੇ ਜਾਂਦੇ ਸਾਰੇ ਨਾਲ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਐਡੀਟਿੰਗ ਹੈ। ਉਹਨਾਂ ਨੇ ਸਾਰੀਆਂ ਪੋਥੀਆਂ ਸਾਰੀਆਂ ਬੰਨੀਆਂ ਔਰ ਉਹਦੇ ਵਿੱਚ ਫਿਰ ਸ਼ਲੋਕ ਲਾਏ। ਸ਼ਲੋਕ ਵੀ ਕਿੱਥੋਂ ਲਏ? ਸ਼ਲੋਕ ਇੰਡੀਪੈਂਡੈਂਟ ਹੁੰਦਾ, ਇਹਦਾ ਰਹਾਉ ਕੋਈ ਨਹੀਂ ਹੁੰਦਾ, ਸ਼ਲੋਕ ਦਾ ਰਹਾਉ ਨਹੀਂ ਹੁੰਦਾ। ਸ਼ਲੋਕ ਦੀਆਂ ਸਾਰੀਆਂ ਜਿਹੜੀਆਂ ਲਾਈਨਾਂ ਹੁੰਦੀਆਂ ਉਹਦੇ 'ਚ ਉਹਦਾ ਭਾਵ ਅਰਥ ਲੇਥੂ ਪੇਥੂ ਹੁੰਦਾ, ਆਪ ਸਮਝਣਾ ਪੈਂਦਾ। ਲੇਕਿਨ ਜਿੰਨੀਆਂ ਵੀ ਆਸਾ ਦੀ ਵਾਰ ਦੀਆਂ ਪੌੜੀਆਂ ਹੈ, ਉਹ ਉਸ ਵਾਰ ਦੀਆਂ ਪੌੜੀਆਂ ਦੀ ਅਖੀਰਲੀ ਲਾਈਨ ਨਾਲ ਸਾਰੇ ਸ਼ਲੋਕ ਤੇ ਪੌੜੀ ਮਿਲਦੀ ਹੋ, ਉਹਦੇ ਲਈ ਸ਼ਲੋਕ ਵੀ ਲੱਗੇ। ਅਖੀਰ 'ਤੇ ਜਿਹੜੀ ਛੋਟੀ ਜਿਹੀ ਲਾਈਨ ਹੁੰਦੀ ਉਸ ਰਹਾਉ ਲਈ, ਪੌੜੀ ਦਾ ਰਹਾਉ। ਲੇਕਿਨ ਹੈਰਾਨਗੀ ਦੀ ਗੱਲ ਹੈ ਵੀ ਕਈ 100 ਸਾਲਾਂ ਦੇ ਵਿੱਚ ਵੀ ਇਹ ਚੀਜ਼ ਕੋਈ ਐਸੀ ਵਰਤ ਰਹੀ ਹੈ। ਜਦੋਂ ਅਸੀਂ ਹੁਣ ਬਾਣੀ ਦੀ ਖੋਜ 'ਤੇ ਚੜ੍ਹੇ ਹਾਂ ਵੀ ਇਹ ਲਿਖੇ ਕਿੱਥੇ ਛੱਕੇ ਗਏ, ਆਸਾ ਦੀ ਵਾਰ 'ਤੇ ਲੱਭ ਪਈ ਹੈ, ਕਿਉਂਕਿ ਆਸਾ ਦੀ ਵਾਰ ਨਹੀਂ ਆ, ਉਹਦੇ ਉੱਤੇ ਨਿਰੋਲ ਹੈਡਿੰਗ ਆ ਵਾਰ ਸ਼ਲੋਕਾਂ ਨਾਲ। ਬਾਕੀਆਂ ਵਾਰਾਂ ਚਾਹੁੰਦਾ ਜਿਹੜੀ ਵਾਰ ਬਸੰਤ ਕੀ ਵਾਰ, ਫਲਾਂ ਵਾਰ, ਸਾਰੀਆਂ ਵਾਰਾਂ ਤੇ ਹੈਡਿੰਗ ਹੋਏਗਾ। ਲੇਕਿਨ ਇਸ ਵਾਰ ਕਿਉਂਕਿ ਮਹੱਲੇ ਪਹਿਲੇ ਔਰ ਦੂਜੇ ਦੀ, ਔਰ ਉਹਨਾਂ ਦੋਨਾਂ ਨੇ ਆਪ ਕੰਪਾਈਲ ਕੀਤੀ ਹੈ, ਪਹਿਲੇ ਤੇ ਦੂਜੇ ਮਹੱਲੇ ਸਾਹਿਬ ਨੇ, ਇਸ ਕਰਕੇ ਉਹਨਾਂ ਦੇ ਉੱਤੇ ਉਹ ਜਾਂ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਹੈ ਜਾਂ ਬਾਬੇ ਨਾਨਕ ਦੇ ਪੌੜੀਆਂ ਵੀ ਉਹਨਾਂ ਦੀਆਂ, ਉਹ ਸਾਰੀ ਕੰਪਲੀਟ ਵਾਰ ਮਹੱਲੇ ਪਹਿਲੇ ਦੂਜੇ ਦੀ ਹੈ। ਇਸ ਕਰਕੇ ਉਹਦੇ ਵਿੱਚ ਜਿਹੜਾ ਅਸੀਂ ਆਸਾ ਦੀ ਵਾਰ ਹੈ ਉਹ ਸਿਰਫ ਇਸ ਕਰਕੇ ਲੱਗੀ ਹੈ ਵੀ ਆਸਾ ਦੀ ਵਾਰ ਦੀ ਜਿਹੜੀ ਆਸਾ ਰਾਗ ਦੀ ਜਿਹੜੀ ਪੋਥੀ ਹੈ ਉਹਦੇ ਵਿੱਚ ਐਡਿਟਾ, ਉਹਦੇ ਵਿੱਚ ਇਹ ਵਾਰ ਪਾਤੀ ਹੈ। ਕਿਉਂਕਿ ਪੋਥੀਆਂ ਪੋਰਟੇਬਲ ਹੁੰਦੀਆਂ ਸੀ, ਚੱਕ ਜਾਣ ਸਕਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਲੇ ਨਹੀਂ ਸੀ ਬਣੇ ਜਿਸ ਵੇਲੇ ਦੀ ਅਸੀਂ ਇਹ ਗੱਲ ਕਰ ਰਹੇ ਹਾਂ। ਤਾਂ ਬਾਬੇ ਨਾਨਕ ਵੇਲੇ ਉਸ ਤੋਂ ਬਾਅਦ ਗੁਰੂਆਂ 'ਤੇ ਵੀ ਇਹ ਜਿਹੜੀ ਪੋਥੀਆਂ ਹੁੰਦੀਆਂ ਸੀ, ਪੋਥੀਆਂ ਬਾਈ ਪਾਰਟਸ ਗਿਆਨ ਹੁੰਦਾ ਸੀ, ਔਰ ਜਿਹੜਾ ਹੈਂਡਲ ਹੋ ਸਕੇ ਉਹਦੇ ਵਿੱਚ ਜਿਹੜੀ ਛੋਟੀ ਪੋਥੀ ਰਹਿ ਸੀ ਉਹ 'ਚ ਫਿਰ ਵਾਰਾਂ, ਛੰਦ, ਅਲਾਹਣੀਆਂ, ਕਈ ਚੀਜ਼ਾਂ ਵਿੱਚ ਮਹਾਰਾਜ ਨੇ ਪਾ ਕੇ ਵੀ ਇਹ ਲੱਭਣਗੀਆਂ ਕਿੱਥੋਂ? ਵਾਰ ਸ਼ਲੋਕਾਂ ਨਾਲ ਮਹੱਲੇ ਪਹਿਲੇ ਦੂਜੇ ਦੀ ਕਿੱਥੋਂ ਲੱਭੇਗੀ? ਆਸਾ ਰਾਗ ਦੀ ਪੋਥੀ ਹੈ ਲਹਿਦਾ, ਉਹਦੇ ਵਿੱਚ ਵਾਰ ਪਾਈ। ਇਸ ਕਰਕੇ ਇਹਦਾ ਆਸਾ ਦੀ ਵਾਰ ਦਾ ਕੋਈ ਤਲਕ ਨਹੀਂ। ਅਸੀਂ ਕਿਉਂ ਇੰਨੀ ਡਿਟੇਲ 'ਚ ਪਹਿਲਾਂ ਇਹ ਪ੍ਰੀਫੇਸ ਬਣ ਰਹੇ ਇਸ ਗਿਆਨ ਦਾ ਵੀ ਇਹ ਸਾਰੀ ਜਿਹੜੀ ਐਡੀਟਿੰਗ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ। ਔਰ ਉਹਦੇ ਵਿੱਚ ਜਿੱਥੇ 5 ਗ੍ਰੰਥੀਆਂ 'ਚ ਪੁਰਾਣੇ ਸੁੰਦਰ ਗੁਟਕਿਆਂ 'ਚ ਸਾਰੀ ਆਸਾ ਦੀ ਵਾਰ ਨਰੋਲ ਲਾਉਂਦੇ ਸੀ ਪੁਰਾਤਨ ਸਿੰਘ, ਔਰ ਉਹਦੇ ਨਾਲ ਛੱਕੇ ਕਦੀ ਨਹੀਂ ਸੀ ਪੜ੍ਹੇ ਕਿਸੇ ਨਾਲ। ਲੇਕਿਨ ਇਹ ਤੁਰ ਪਈ ਗੱਲ ਤੇ ਅਸੀਂ, ਲੇਕਿਨ ਇਹ ਛੱਕੇ ਅਸੀਂ ਹੈਰਾਨ ਹੋ ਜਾਂਦੇ, ਉਹਦਾ ਭਾਵ ਅਰਥ ਹੀ ਹੋਰ ਹੈ। ਪੌੜੀ ਔਰ ਸ਼ਲੋਕ ਦਾ ਭਾਵ ਅਰਥ ਹੋਰ ਹੈ, ਉਹ ਮਿਲਦਾ ਹੀ ਨਹੀਂ ਹੈ ਕਿਸੇ ਵੀ ਸਾਰੀ ਆਸਾ ਦੀ ਵਾਰ 'ਚ ਜਿਹੜਾ ਇੱਕ ਛੱਕਾ ਤੋੜ ਕੇ, ਕਿਉਂਕਿ 24 ਛੱਕੇ ਛੰਦ ਨੇ ਔਰ 24 ਹੀ ਪੌੜੀਆਂ ਮੈਂ ਆਸਾ ਦੀ ਵਾਰ ਦੀਆਂ, ਇਹਨਾਂ ਨਾਲ ਇੱਕ ਦੇ ਨਾਲ ਲਾਤਾ। ਔਰ ਪੁਰਾਤਨ ਗੁਟਕਿਆਂ 'ਚ ਨਰੋਲ ਆਸਾ ਦੀ ਵਾਰ ਹੈ। ਲੇਕਿਨ ਹੁਣ ਦੇ ਜਿਹੜੇ ਸੁੰਦਰ ਗੁਟਕੇ ਹੈ, ਕਿਉਂਕਿ ਉਹ ਪ੍ਰਿੰਟ ਮੋਟਾ, ਉਹਦੇ ਵਿੱਚ ਛੱਕੇ ਵੜ ਨਹੀਂ ਸੀ ਸਕਦੇ। ਹੁਣ ਤੁਸੀਂ ਪੁਰਾਣਾ ਸੁੰਦਰ ਗੁਟਕਾ ਦੇਖੋ, ਉਹਦੇ 'ਚ ਪੂਰੀ ਆਸਾ ਦੀ ਵਾਰ ਲਿਖੀ ਹੋਊਗੀ, ਵਿੱਚ ਛੱਕੇ ਛੰਦ ਨਹੀਂ ਹੋਣਗੇ। ਲੇਕਿਨ ਇਹਨਾਂ ਨੇ ਹੁਣ ਨਿੱਕੇ ਬਰੀਕ ਪ੍ਰਿੰਟ ਦੇ ਵਿੱਚ ਨਵੇਂ ਗੁਟਕਿਆਂ ਦੇ ਵਿੱਚ ਪੇਜ ਉਹੀ ਰਹਿਣ ਦਿੱਤੇ ਤਾਂ ਕਿ ਸਾਨੂੰ ਪ੍ਰਿੰਟ ਕਰਨ ਦੀ ਆਸਾਨੀ ਹੋਵੇ। ਔਰ ਉਹਦੇ ਵਿੱਚ ਹਰ ਆਸਾ ਦੀ ਵਾਰ ਦੇ ਜਿਹੜਾ ਉਸ ਪੌੜੀ ਹੈ ਉੱਥੋਂ ਪਹਿਲਾਂ ਇੱਕ ਛੱਕਾ ਲਾਤਾ, 24 ਇਹ ਤੇ 24 ਪੌੜੀਆਂ ਉਹ ਸੀ। ਇਸ ਕਰਕੇ ਉਹ ਸਾਰੀ ਅਸੀਂ ਵੀ ਸਾਰੀ ਜ਼ਿੰਦਗੀ ਲਾਉਂਦੇ ਰਹੇ। ਲੇਕਿਨ ਜਦੋਂ ਹੁਣ ਬਾਬੇ ਦੇ ਹੁਕਮ ਦੇਖੀਦੇ ਹੈ ਵੀ ਭਾਈ ਪੜ੍ਹਾਈ ਨਹੀਂ ਇਹਦੀ ਕਰਨੀ, ਇਹਦੇ 'ਚ ਗਿਆਨ ਲੱਭਣਾ ਹੈ, ਕਿੱਥੇ ਦਿੱਤਾ ਹੈ ਤੋ ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ। ਗੁਰੂ ਬਾਬੇ ਨਾਨਕ ਦਾ ਹੁਕਮ ਹੈ ਔਰ ਉਹਨਾਂ ਦੇ ਹੁਕਮ ਹੈ ਅਕਲੀ ਪੜ੍ਹ ਕੇ ਬੁੱਝ ਗਏ। ਸਾਰੀ ਅਕਲ ਲਾਓ ਇਸ ਗਿਆਨ ਨੂੰ ਬੁੱਝਣ ਲਈ, ਕਿਉਂਕਿ ਬਾਣੀ 'ਚ ਗਿਆਨ ਕਲਾ ਹੈ ਔਰ ਪਰਮੇਸ਼ਰ ਦੇ ਨਾਮ 'ਚ ਅੰਮ੍ਰਿਤ ਕਲਾ ਹੈ, ਪਾਰਸ ਕਲਾ ਹੈ।
ਆਹ ਦੋ ਚੀਜ਼ਾਂ ਸਾਰੀ ਬਾਣੀ ਚੋਂ ਹੀ ਨਕੇਰ ਕੇ ਕੱਢ ਰਹੇ ਆ। ਔਰ ਇਹਨਾਂ ਛੱਕੇ ਛੰਦਿਆਂ ਦੇ ਵਿੱਚ ਦੇਖਿਓ ਤੁਸੀਂ ਕਿੰਨੀਆਂ ਚੀਜ਼ਾਂ ਲੱਭੋਗੇ ਜੇ ਸਾਰੇ ਇਕੱਠੇ ਪੜ੍ਹੋਗੇ, ਕਿਉਂਕਿ ਹਰ 4 ਛੰਦਾਂ ਤੋਂ ਬਾਅਦ ਇੱਕ ਆਸਾ ਮਹੱਲਾ ਚੌਥਾ ਆਏਗਾ ਬਾਰ-ਬਾਰ। ਆਸਾ ਮਹੱਲਾ ਚੌਥਾ, ਛੰਤ ਘਰ ਚੌਥਾ। ਇਸ ਕਰਕੇ ਜਿਹੜਾ ਮਹੱਲਾ ਚੌਥਾ ਛੰਦ ਹੈ, 4-4 ਛੰਦ ਨੇ, 4-4 ਛੰਦਾਂ ਤੋਂ ਬਾਅਦ ਇੱਕ ਆਸਾ ਮਹੱਲਾ ਚੌਥਾ। 4 ਵਾਰੀ ਇਹ 6 ਛੱਕੇ ਹੈ ਔਰ 4 ਵਾਰੀ ਇਹਨਾਂ ਜਿਹੜਾ ਆਸਾ ਮਹੱਲਾ ਤੋਂ ਬਾਅਦ 4 ਛੰਦ ਆਉਂਦੇ ਆ, ਫਿਰ ਆਸਾ ਮਹੱਲਾ ਚੌਥਾ, ਫਿਰ 4 ਛੰਦ। ਉਹਨਾਂ ਚੌਂ ਦਾ ਇਕੱਠਾ ਭਾਵ ਹੈ। ਇਹ ਸਾਰਿਆਂ ਨੂੰ ਇੱਕ ਇੱਕ ਤੋੜ ਕੇ ਸਾਰੀ ਆਸਾ ਦੀ ਵਾਰ ਤੋਂ ਪਹਿਲਾਂ ਲਾ ਦੇਣਾ, ਕੋਈ ਲੌਜਿਕ ਨਹੀਂ ਬਣਦੀ। ਜੋ ਗੁਰੂਆਂ ਮਹਾਰਾਜਾਂ ਨੇ ਜਿੱਦਾਂ ਬਣਾਈ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਦਾਂ ਪੜ੍ਹਿਆ ਕਰੀਏ ਵੀ ਛੱਕੇ ਸਾਰੇ ਇਕੱਠੇ ਪੜ੍ਹੋ, ਛੱਕੇ ਛੰਦ, ਔਰ ਆਸਾ ਦੀ ਵਾਰ ਨਰੋਲ ਜਿੱਦਾਂ ਲਿਖੀ ਹੈ ਅਖੀਰ ਤੱਕ ਉਸ ਤਰ੍ਹਾਂ ਪੜ੍ਹੋ। ਦੇ ਵਿੱਚ ਛੰਦ ਛੱਕੇ ਨਹੀਂ ਬਾੜਨੇ ਚਾਹੀਦੇ, ਕਿਉਂਕਿ ਉਹਦਾ ਭਾਵ ਅਰਥ ਨਹੀਂ ਮਿਲਦਾ। ਕਿਉਂਕਿ ਇਹ ਸਾਰੀ ਚੀਜ਼ਾਂ ਹੁਣ ਲੱਭੀਆਂ ਵੀ ਜਿਸ ਵੇਲੇ ਅਸੀਂ ਦੇਖਿਆ ਵੀ ਇਹ ਛੱਕੇ ਦੇਖੀਏ ਸੇ ਜਿਹੜੇ ਪੜ੍ਹਦੇ ਹਰ ਅੰਮ੍ਰਿਤ ਪਿੰਨੇ ਲੋਣਾ ਤੋਂ ਆਸਾ ਦੀ ਵਾਰ ਸ਼ੁਰੂ ਕਰਦੇ ਹੋ, ਲਿਖੇ ਕਿੱਥੇ ਹੈ। ਇਸ ਕਰਕੇ ਅਸੀਂ ਉਹ ਸ਼ੁਰੂ ਕਰਨ ਲੱਗੇ ਹਾਂ, ਲੇਕਿਨ ਇਹ ਗਲਤੀ ਨਹੀਂ ਹੈ, ਅਣਗਹਿਲੀ ਦੀ ਹੋ ਗਈ ਹੈ। ਕਿਉਂਕਿ ਪੰਥ ਨੂੰ ਸਾਨੂੰ ਜ਼ਿਆਦਾ ਬਾਣੀ ਗਾਉਣ ਔਰ ਉੱਥੋਂ ਬਾਅਦ ਇਹਨੂੰ ਸਮਝਣ ਦੀ ਲੋੜ ਨਹੀਂ ਕਹਿੰਦੇ, ਕਿਉਂਕਿ ਕਹਿੰਦੇ ਜੀ ਇਹ ਬਾਣੀ ਅਥਾਹ ਹੈ, ਇਹਨੂੰ ਕੋਈ ਸਮਝ ਨਹੀਂ ਸਕਦਾ। ਅਸੀਂ ਤਾਂ ਲੋਕਾਂ ਦੀਆਂ ਆਵਾਜ਼ਾਂ ਸਭ ਕੁਝ ਦੇਖ ਕੇ ਜੋ ਹੋ ਰਿਹਾ ਹੈ, ਉਹ ਕਹਿੰਦੇ ਜੀ ਬਾਣੀ ਦੇ ਵਿੱਚ ਅੰਮ੍ਰਿਤ ਪਾਰਸ ਕਲਾ ਹੈ, ਪੜ੍ਹਨ 'ਚ ਵੀ ਔਰ ਗਾਉਣ 'ਚ ਵੀ। ਅਸੀਂ ਕਹਿੰਦੇ ਹਾਂ ਫਿਰ ਜਿਹੜੀ ਗੁਰਬਾਣੀ ਹੈ, ਜਿਹੜੇ ਨਾਮ 'ਚ ਫਿਰ ਕਿਹੜੀ ਕਲਾ ਹੈ? ਨਾਮ 'ਚ ਪਾਰਸ ਕਲਾ, ਰਸਾਇਣ ਕਲਾ ਹੈ। ਔਰ ਜਿਹੜੀ ਬਾਣੀ ਹੈ ਇਹਦੇ ਲਈ ਆਪ ਮਹਾਰਾਜ ਨੇ ਲਿਖਿਆ ਭਈ ਬਾਣੀ ਜੈਸੀ ਮੈਂ ਆਵੇ ਖਸਮ ਕੀ ਬਾਣੀ। ਗੁਰੂ ਨਾਨਕ ਨੂੰ ਸਾਡਾ ਪਹਿਲਾ ਔਲੀਆ ਪੈਗੰਬਰ, ਉਹਨੂੰ ਪਹਿਲਾਂ ਆਏ ਗਿਆਨ ਆਇਆ ਉੱਤੋਂ, ਔਰ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਬਾਣੀ ਲਿਖਦੇ ਵੀ ਇਹ ਖਸਮ ਦੀ ਬਾਣੀ ਹੈ ਜਿਹੜਾ ਮੈਨੂੰ ਆ ਗਿਆਨ ਆਇਆ। ਇਸ ਕਰਕੇ ਸਾਨੂੰ ਹਾਰਡ ਐਂਡ ਫਾਸਟ ਲਾਈਨ ਕੱਢਣੀ ਚਾਹੀਦੀ ਹੈ ਵੀ ਜਿੱਥੇ ਬਾਣੀ ਗੁਰਬਾਣੀ ਹੈ ਉਹਦਾ ਸਾਰੀ ਦਾ ਮਤਲਬ ਸਾਰੀ ਗੁਰਬਾਣੀ ਨਹੀਂ ਹੈ, ਉਹਨਾਂ ਦਾ ਮਤਲਬ ਵੀ ਗੁਰਮੰਤਰ ਹੈ, ਅਸੀਂ ਥਾਂ ਥਾਂ ਉਹ ਕੱਢਾਂਗੇ ਹੁਣ। ਲੇਕਿਨ ਬਾਣੀ ਜਿਹੜੀ ਗਿਆਨ ਦਿੰਦੀ ਹੈ, ਹੁਣ ਅਸੀਂ ਸ਼ਬਦ ਛੰਦ ਜਿਹੜੇ ਸਾਰੇ ਹੈ, ਆਸਾ ਦੀ ਵਾਰ ਦੇ ਸਲੋਕ ਹੈ, ਪੌੜੀ, ਇਹ ਗਿਆਨ ਦੇਏਗੀ ਸਾਨੂੰ। ਲੇਕਿਨ ਗਿਆਨ ਵੀ ਇੱਕ ਅੱਖਰ ਦੇ ਜਪਣ ਦਾ ਦੇਏਗੀ, ਪਰਮੇਸ਼ਰ ਦੇ ਨਾਮ ਦਾ। ਇਸ ਕਰਕੇ ਥੋੜ੍ਹਾ ਜਿਹਾ ਅਸੀਂ ਇਹ ਪ੍ਰੀਫੇਸ ਤਾਂ ਬੰਨਿਆ ਹੈ ਤਾਂ ਕਿ ਸਾਫ਼ ਹੋ ਜਾਏ ਵੀ ਛੱਕੇ ਕਥਾ ਗੁਰੂਆਂ ਮਹਾਰਾਜਾਂ ਨੇ ਲਿਖੇ ਹੈ, ਛੱਕੇ ਛੰਦ ਔਰ ਆਸਾ ਦੀ ਵਾਰ ਨਰੋਲ ਲਾਉਣੀ ਚਾਹੀਦੀ, ਜਿੱਦਾਂ ਕਿ 5 ਗ੍ਰੰਥੀਆਂ 'ਚ ਜਾਂ ਸਾਰੀਆਂ 'ਚ ਪਹਿਲਾਂ ਹੈ ਆਸਾ ਦੀ ਵਾਰ ਨਰੋਲ। ਇਸ ਕਰਕੇ ਅਸੀਂ ਪਹਿਲਾ ਇੱਥੋਂ ਸ਼ੁਰੂ ਕਰ ਰਹੇ ਹਾਂ, ਜਿਹੜਾ ਕਿ ਪਹਿਲਾ ਛੱਕਾ ਪਿਆਰ ਦੇ ਨਾਲ ਰਾਗੀ ਸਿੰਘ ਪੜ੍ਹਦੇ ਹੈ। ਅੱਜ ਦੇਖਿਓ ਉਹਦਾ ਮਤਲਬ ਕੀ ਨਿਕਲਦਾ, ਔਰ ਫਿਰ ਤੁਸੀਂ ਆਸਾ ਦੀ ਵਾਰ ਦਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਦਵਾਰ, ਉਹ ਦੇਖੋ ਵੀ ਕੋਈ ਚੀਜ਼ ਮਿਲਦੀ ਵੀ ਹੈ ਇਹਨਾਂ ਛੱਕਿਆਂ ਦੀ ਉਹਨਾਂ ਦੇ ਨਾਲ, ਸਲੋਕਾਂ ਜਾਂ ਪੌੜੀਆਂ ਨਾਲ। ਬਿਲਕੁਲ ਨਹੀਂ। ਇਹ ਭਾਵ ਅਰਥ ਜਿੱਥੇ ਜਿੱਥੇ ਅਸੀਂ ਦੱਸਿਆ ਸਾਰੀ ਦੁਨੀਆ ਇਸ ਬੰਨੇ ਆ ਰਹੀ ਔਰ ਕਹਿ ਰਹੀ ਹੈ ਵਾਕਿਆ ਭਾਈ ਇਹ ਸੋਚ ਸਦਾਈ ਹੋਣੀ ਚਾਹੀਦੀ। ਹੁਣ ਤੇ ਪੰਥ ਨਾਲ ਵੀ ਹੁਕਮਨਾਮਾ ਪੂਰਾ ਇਸੇ ਖਿਆਲ ਦਾ ਹੀ ਛੱਡਿਆ, ਔਰ ਉਹਨਾਂ ਨਾਲ ਹੁਕਮਨਾਮਾ ਪੰਜਾਂ ਸਿੰਘਾਂ ਨੇ ਜਿਹੜੀਆਂ ਸਾਰੀਆਂ ਅਖਬਾਰਾਂ ਛਪ ਚੁੱਕਾ। ਅਸੀਂ ਕੌਮ ਅੱਗੇ ਬੇਨਤੀ ਕਰਦੇ ਹਾਂ ਵੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕਾਲ ਤੱਕ ਥੱਲੇ ਉਹਨਾਂ ਨਾਲ ਹੁਕਮ ਕਰਨਾ ਵੀ ਕੋਈ ਵੀ ਸਿੱਖੀ ਦਾ ਪ੍ਰਚਾਰ ਤੇ ਪਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਨਾ ਹੋਵੇ। ਇਸ ਕਰਕੇ ਹੌਲੀ ਹੌਲੀ ਇਹ ਸਿੱਖ ਸੁਧਾਰ ਰਹੇ ਨੇ ਵੀ ਪੁਰਾਤਨ ਸਿੰਘਾਂ ਵਾਂਗੂ ਅਸੀਂ ਨਰੋਲ ਵਾਰ ਲਿਆ ਕਰੀਏ, ਔਰ ਛੱਕੇ ਛੰਦੇ ਇਕੱਠੇ ਲਿਖੇ ਹੈ, ਉਹਨਾਂ ਦਾ ਭਾਵ ਅਰਥ ਚੌਂ ਦਾ ਅਲੱਗਾ ਹੈ। ਅਗਲਾ ਫਿਰ ਆਸਾ ਮਹੱਲਾ ਚੌਥਾ ਆ ਜਾਂਦਾ, ਫਿਰ 4 ਛੱਕੇ ਛੰਦ ਆ ਜਾਂਦੇ, ਫਿਰ ਆਸਾ ਮਹੱਲਾ ਚੌਥਾ। ਇਸ ਕਰਕੇ 24 ਛੱਕੇ ਔਰ 24 ਛੰਦ ਇਹ ਸਾਰੇ ਆਸਾ ਦੀ ਵਾਰ ਨਾਲ ਤੋੜ ਕੇ ਜਿਹੜੇ ਗਾਉਣੇ ਲਾਉਣੇ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਅਲਾਉ ਨਹੀਂ ਕਰਦਾ। ਇਸ ਕਰਕੇ ਹੌਲੀ ਹੌਲੀ ਇਹ ਚੀਜ਼ ਸਾਰੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਵੀ ਕਿ ਜਿਹੜੇ ਛੱਕੇ ਇਕੱਠੇ ਪੜ੍ਹੋ, ਉਸ ਤੋਂ ਬਾਅਦ ਆਸਾ ਦੀ ਵਾਰ ਨਰੋਲ ਲਾਓ ਪੁਰਾਤਨ ਸਿੰਘਾਂ ਵਾਂਗੂ। ਇਸ ਕਰਕੇ ਪਹਿਲਾ ਅਸੀਂ ਛੰਦ ਔਰ ਛੱਕਾ ਲੈਣ ਲੱਗੇ
ਪੰਨਾ ਹੈ 448 ਔਰ ਗਾਂ ਗਾਂ ਪੰਨਾ ਲਈ ਜਾਣਾ ਜੋ ਜੋ ਅਸੀਂ ਛੱਕੇ ਛੰਦ ਬੋਲਦੇ ਜਾਂਦੇ ਹਾਂ। ਆਸਾ ਮਹੱਲਾ ਚੌਥਾ, ਛੰਤ ਘਰ ਚੌਥਾ। ਇਸ ਕਰਕੇ ਘਰ ਹੈ ਜਿੱਥੇ ਘਰ ਆ ਜਾਏ, ਰਾਰੇ ਨੂੰ ਔਂਕੜ ਹੋਊਗਾ, ਉਹ ਹੈ ਤਪਲੇ ਦੀ ਤਾਲ। ਵੀ ਇਸ ਤਾਲ ਦੇ ਵਿੱਚ ਤਪਲਾ ਵੱਜੇਗਾ। ਔਰ ਇਹ ਮਹੱਲੇ ਚੌਥੇ ਦਾ ਛੰਤ ਹੈ। ਛੰਤ ਇੱਕ ਐਸਾ ਗੀਤ ਜਾਂ ਸਾਰਾ ਰਾਹ ਹੈ ਜਿਹੜਾ ਕਿ ਮਹੱਲੇ ਚੌਥੇ ਦੇ ਕਈ ਕਿਸਮ ਦੇ ਛੰਤ ਨੇ। ਇਸ ਕਰਕੇ ਇਹਦਾ ਹੈਡਿੰਗ ਹੈ ਆਸਾ ਮਹੱਲਾ। ਔਰ ਕਿੱਥੋਂ ਲੱਭੇਗਾ? ਆਸਾ ਰਾਗ ਦੀ ਪੋਥੀ 'ਚੋਂ ਲੱਭੇਗਾ। ਆਸਾ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਦਾ ਛੰਤ ਤੇ ਘਰ ਹੈ ਰਾਰੇ ਨੂੰ ਔਂਕੜ। ਸਦਾ ਹੀ ਉੱਤੇ ਜੇ ਹੈਡਿੰਗ 'ਚ ਘਰ ਆ ਜੇ, ਉਹ ਤਪਲੇ ਦੀ ਤਾਲ ਵੱਲ ਇਸ਼ਾਰਾ, ਐਸ ਘਰ 'ਚ ਤਪਲਾ ਵੱਜੇਗਾ। ਔਰ ਉੱਥੋਂ ਬਾਅਦ ਜਿਹੜਾ ਜਿਹੜਾ ਸ਼ਬਦ ਹੈ ਜਿਹੜਾ ਅਸੀਂ ਗਾਉਣਾ ਪੜ੍ਹਨਾ ਹੈ, ਅਗਰ ਉਹਦੀ ਬੋਡੀ ਵਿੱਚ ਘਰ ਆ ਜਾਏ, ਅੰਦਰ ਜਾ ਕੇ ਬਾਣੀ ਦੇ ਵਿੱਚ, ਉਹ ਘਰ ਸਾਡਾ ਰਹਿਣ ਵਾਲਾ ਕਦੀ ਨਹੀਂ ਸਮਝਣਾ, ਉਹ ਸਾਡੀ ਬੋਡੀ ਵੱਲ ਜਿਸਮ ਵੱਲ ਇਸ਼ਾਰਾ ਹੈ। ਇਸ ਕਰਕੇ ਇਹ ਆਨੜੀਏ ਮਾਨੜਾ ਕਾਇ ਕਰੇ, ਆਪ ਨੜੇ ਘਰ ਹਰ ਰੰਗੋ ਕੀ ਨਾ ਮਾਣੇ। ਇਸ ਕਰਕੇ ਜਿੱਥੇ ਘਰ ਆ ਜੇ ਉਹ ਸਾਡੀ ਬਾਡੀ ਹੈ। ਜੋ ਕੁਛ ਪਾਇਆ ਇਸ ਘਰ ਮੇਂ ਪਾਇਆ। ਜਿੱਥੇ ਘਰ ਬਾਡੀ 'ਚ ਅੰਦਰ ਆ ਜਾਏ, ਉਹ ਸਮਝ ਲਓ ਕਹਿਣ ਵਾਲਾ ਘਰ ਨਹੀਂ, ਉਹ ਸਾਡੀ ਜਿਸਮ 'ਚ ਇਸ਼ਾਰਾ, ਇਹਦੇ ਅੰਦਰ ਸਾਰੀ ਚੀਜ਼ ਹੋਣੀ ਹੈ। ਇਸ ਕਰਕੇ ਉਤਲਾ ਹੁਣ ਘਰ ਆ ਗਿਆ। ਇਹ ਤਪਲੇ ਦੀ ਤਾਲ ਹੈ। ਚੌਥੇ ਘਰ ਤਬਲਾ ਵੱਜੂ। ਔਰ ਆਸਾ ਮਹੱਲਾ ਚੌਥਾ ਆਸਾ ਰਾਗ ਦੀ ਪੋਥੀ ਦੇ ਵਿੱਚ ਲੱਭਣਗੇ। ਆਸਾ ਮਹੱਲਾ ਚੌਥਾ ਔਰ ਛੰਤ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਨਾਂ ਨਹੀਂ ਉੱਤੇ ਹੋਏਗਾ। ਕਿਸੇ ਗੁਰੂ ਦਾ ਵੀ ਮਹੱਲਿਆਂ ਦੀ ਬਾਣੀ ਹੈ, ਭਗਤਾਂ ਦੀ ਬਾਣੀ 'ਚ ਨਾਮ ਆਏਗਾ, ਲੇਕਿਨ ਮਹੱਲਿਆਂ ਦੀ ਬਾਣੀ ਬਹੁਤ ਉੱਚੀ ਹੈ। ਉਦੇਸੋ ਨਾਮ ਭਪੂਤ ਲਗਾਓ। ਇਸ ਕਰਕੇ ਜਿਹੜਾ ਸਾਡਾ ਗਿਆਨ ਹੈ, ਇਹਦੇ ਵੱਲ ਸਾਰੇ ਅਸੀਂ ਜਿਹੜੀ ਛੱਕੇ ਛੰਦ ਜਾਂ 12 ਜਾਓ ਗਿਆਨਾ, ਜਿੰਨਾ ਗਿਆਨ ਹੈ ਇਹ ਲੇਟੈਸਟ ਗ੍ਰੇਟੈਸਟ ਐਂਡ ਕੰਪਲੀਟ ਬ੍ਰਹਮ ਗਿਆਨ ਹੈ। ਇਸ ਕਰਕੇ ਜਿਹੜਾ ਇਹ ਗਿਆਨ ਹੈ, ਉਹਨੇ ਗਿਆਨ ਦਾ ਕੰਮ ਕਰਨਾ ਹੈ, ਪਰ ਜਿਹੜਾ ਪਰਮੇਸ਼ਰ ਦੇ ਨਾਮ ਦੀ ਕਲਾ ਹੈ, ਉਹਦੀ ਜਪਣ ਨਾ ਹੋਣੀ ਸਭ ਕੁਝ। ਇਸ ਕਰਕੇ ਅਸੀਂ ਪਹਿਲਾ ਛੱਕਾ ਚੱਕਣ ਲੱਗੇ ਹਾਂ। ਆਸਾ ਮਹੱਲਾ ਚੌਥਾ, ਛੰਤ ਘਰ ਚੌਥਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮੀ ਰਤਾ ਰਾਮ ਰਾਜੇ। ਪ੍ਰੇਮ ਰਤਾ ਨਹੀਂ ਕਹਿਣਾ ਚਾਹੀਦਾ, ਮੰਮੇ ਨੂੰ ਸਿਹਾਰੀ ਹੈ। ਸਿਹਾਰੀ ਗੁੰਗੀਆਂ ਨਹੀਂ ਹੈ, ਲੇਕਿਨ ਇਹ ਅਖੀਰਲੇ ਲਫ਼ਜ਼ ਨੂੰ ਸਿਹਾਰੀ ਲੱਗ ਜਾਏ ਤੇ ਉਹ ਗੁੰਗੀ ਨਹੀਂ ਹੈ, ਥੋੜ੍ਹੀ ਬਹੁਤੀ ਬੁਲਾਉਣੀ ਹੈ, ਜਿੱਥੇ ਕਿ ਘਰ ਦੇ ਵਿੱਚ ਗਾ ਸਕੀ ਅਸੀਂ। ਹਰ ਅੰਮ੍ਰਿਤ, ਔਰ ਅੰਮ੍ਰਿਤ ਨਹੀਂ ਕਦੀ ਕਹਿਣਾ ਚਾਹੀਦਾ, ਕਿਉਂਕਿ ਪੈਰਾਂ 'ਚ ਰਹਿ ਰਹਾ ਹੈ ਮੰਮੇ ਦੇ 'ਚ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮੇ ਰਤਾ ਰਾਮ ਰਾਜੇ। ਮਨ ਰਾਮੇ ਕਸਵੱਟੀ ਲਾਇਆ। ਸਭ ਕਹਿੰਦੇ ਮਨ ਰਾਮ ਕਸਵੱਟੀ ਲਾਇਆ। ਮੰਮੇ ਨੂੰ ਸਿਹਾਰੀ ਹੈ, ਉਹਦਾ ਭਾਵ ਅਰਥ ਖਰਾਬ ਹੋ ਜੂ। ਨਹੀਂ ਤੇ ਮਨ ਦੇ ਨੰਨੇ ਨੂੰ ਔਂਕੜ ਹੈ। ਇੱਥੇ ਥੋੜ੍ਹਾ ਜਿਹਾ ਫੁੱਲ ਸਟਾਪ ਦੇਣਾ। ਮਨ ਨੂੰ ਰਾਮੇ ਦੀ ਕਸਵੱਟੀ ਲਾਇਆ ਤੇ ਉਹ ਕੰਚਨ ਸੋਵਿਨਾ ਹੋਇਆ। ਲੇਕਿਨ ਅਸੀਂ ਮਤਲਬ ਬਾਅਦ 'ਚ ਕੱਢਾਂਗੇ, ਪਹਿਲਾਂ ਪੂਰਾ ਛੰਦ ਪੜ੍ਹ ਲਈਏ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮੇ ਰਤਨਾ ਰਾਮ ਰਾਜੇ। ਮਨ ਰਾਮੇ ਕਸਵੱਟੀ ਲਾਇਆ, ਕੰਚਨ ਸੋਵਿਨਾ। ਗੁਰਮੁਖੇ ਰੰਗੇ ਚਲੂਲਿਆ, ਮੇਰਾ ਮਨ ਤਨੋ ਭਿੰਨਾ। ਜਨ ਨਾਨਕ ਮੁਸਕੇ ਚਕੋਲਿਆ, ਸਭ ਜਨਮ ਧਨ ਧੰਨਾ। ਇਹ ਪਹਿਲਾ ਛੰਦ ਆਇਆ। ਔਰ ਅਸੀਂ ਇਹਦਾ ਪਹਿਲੀ ਪਾਲ ਦਾ ਗਿਆਨ ਲੈਣ ਲੱਗੇ ਹਾਂ ਵੀ ਇਹ ਅੰਮ੍ਰਿਤ ਭਿੰਨੇ ਲੋਇਣਾ ਕਹਿੰਦੇ ਅੱਖਾਂ ਨੂੰ। ਇੰਨਾ ਕਲਾ ਵਰਤੀ ਨਾਮ ਜਪਣ ਵਾਲੇ ਅਭਿਆਸੀ ਨੂੰ ਵੀ ਉਹਦੇ 'ਚ ਅੰਮ੍ਰਿਤ ਭਿੰਨੇ ਲੋਇਣਾ। ਉਹਦੇ ਨੇਤਰ ਵੀ ਜਦੋਂ ਖੁੱਲ੍ਹਦੇ ਹੈ, ਉਹ 'ਚ ਐਂ ਲੱਗਦਾ ਵੀ ਇਹਦੇ 'ਚ ਰਸ ਚੋ ਰਿਹਾ। ਕਹਿੰਦੇ ਭਿੰਨੇ ਭਿੱਜੇ ਹੋਏ ਨਾਮ ਦੇ ਵਿੱਚ। ਔਰ ਲੋਇਣਾ ਕਹਿੰਦੇ ਅੱਖਾਂ ਨੂੰ। ਹਰ ਅੰਮ੍ਰਿਤ ਭਿੰਨੇ ਲੋਇਣਾ। ਮਨ ਜਿਹੜਾ ਹੈ ਉਹ ਵੀ ਪ੍ਰੇਮ ਦੇ ਵਿੱਚ ਰਤਿਆ ਗਿਆ। ਰਤਨਾ ਹੈ, ਰਤਿਆ ਗਿਆ ਰਾਮ ਰਾਜੇ। ਆ ਰਾਮ ਰਾਜੇ ਦਾ ਮਤਲਬ ਨਹੀਂ ਹੋਏਗਾ। ਸਾਰੀ ਬਾਣੀ 'ਚ 2-2.5 ਅੱਖਰ ਕਵਿਤਾ ਬਣਾਉਣ ਲਈ ਲਾਏ ਹੁੰਦੇ ਆ, ਕਿਉਂਕਿ ਇਹ ਪਿੰਗਲ ਹੈ। ਪੁਰਾਤਨ ਰਿਸ਼ੀ ਮੁਨੀਆਂ ਨੂੰ ਸਾਰੀ ਪੋਇਟਰੀ ਨੂੰ ਪਿੰਗਲ ਕਹਿੰਦੇ ਸੀ। ਤੋ ਇਹ ਪਿੰਗਲ ਦੀ ਚਾਲ ਹੈ ਵੀ ਇਹਦੇ ਵਿੱਚ ਗੀਤ ਹੈ ਸਾਰੇ। ਉਹ ਗੀਤ ਨੂੰ ਪੂਰਾ ਕਰਨ ਲਈ ਰਾਮ ਰਾਜੇ, ਮੇਰੇ ਪਿਆਰਿਆ, ਲਾਲ ਜੀਓ, ਫਲਾਂ, ਇਹੋ ਜਿਹੇ ਲਫ਼ਜ਼ 2.5 ਅੱਖਰ ਇਸ ਗਿਆਨ 'ਚ ਮਾਫ ਹੈ।
ਉਹਨਾਂ ਦਾ ਮਤਲਬ ਨਹੀਂ ਹੋਏਗਾ ਕੋਈ, ਉਹ ਗੀਤ ਬਣਾਉਣ ਨੂੰ ਲਾਏ ਹੁੰਦੇ। ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮੇ ਰਤਨਾ ਰਾਮ ਰਾਜੇ। ਲੇਕਿਨ ਇਹ ਐਸੇ ਛੰਦ ਹੈ, ਪਹਿਲੀ ਵਾਰੀ ਰਾਮ ਰਾਜੇ ਆਏਗਾ, ਬਾਕੀ ਸਾਰਿਆਂ ਦੇ ਵਿੱਚ ਰਾਮ ਰਾਜੇ ਨਹੀਂ ਆਏਗਾ। ਜਿੱਦਾਂ ਲਿਖੇ ਉੱਦਾਂ ਅਸੀਂ ਫਿਰ ਪੜ੍ਹ ਰਹੇ ਹਾਂ, ਔਰ ਉਹ ਨਹੀਂ ਆਏਗਾ। ਸਿਰਫ ਇਹਨਾਂ ਦਾ ਮਹਿੰਦਾ ਕੋਈ ਨਹੀਂ ਹੈ, ਇਹ 2-2.5 ਅੱਖਰ ਫਾਲਤੂ ਐਸੇ ਲਾਏ ਹੁੰਦੇ ਗੀਤ ਬਣਾਉਣ ਲਈ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮੇ ਰਤਨਾ ਰਾਮ ਰਾਜੇ। ਮਨ ਰਾਮੇ ਕਸਵੱਟੀ ਲਾਇਆ ਕੰਚਨ ਸੋਵਿੰਨਾ। ਗੁਰਮੁਖੇ ਰੰਗ ਚਲੂਲਿਆ ਮੇਰਾ ਮਨ ਤਨੋਂ ਪਿੰਨਾ। ਇੱਥੇ ਆਣ ਕੇ ਪਹਿਲਾ ਤਨ ਪਿੰਨਾ। ਜਨ ਨਾਨਕ ਮੁਸਕੇ ਚਕੋਲਿਆ ਸਭ ਜਨਮ ਧਨ ਤੰਨਾ। ਇੱਥੇ ਆਣ ਕੇ ਪਹਿਲਾ ਛੰਦ ਖਤਮ ਹੋਇਆ। ਉੱਥੋਂ ਬਾਅਦ ਅਸੀਂ ਦੂਸਰਾ ਛੰਦ ਸ਼ੁਰੂ ਕਰਾਂਗੇ। ਪਹਿਲਾਂ ਇਹਦੀਆਂ ਜਿਹੜੇ ਮੁਸ਼ਕਿਲ ਲਫ਼ਜ਼ ਹੈ ਉਹ ਹੈ ਕਸਵੱਟੀ ਕੀ ਹੋਇਆ। ਸੋਨਾ ਜਿਹੜਾ ਪਰਖਣਾ ਹੋਏ ਵੀ ਇਹਦੇ ਵਿੱਚ ਕੋਈ ਹੋਰ ਸੁਨਿਆਰੇ ਨੇ ਕਿਸੇ ਨਾਲ ਗਹਿਣੇ ਦੇ ਵਿੱਚ ਸੋਨੇ ਦੇ ਵਿੱਚ ਮਿਲਾਵਟ ਨਹੀਂ ਮਿਲਾਤੀ। ਫਿਰ ਉਹਨਾਂ ਕੋਲ ਇੱਕ ਪੱਥਰ ਦੀ ਸਿੱਲ ਜੀ ਹੁੰਦੀ ਛੋਟੀ ਜੀ, ਉਹਦੇ 'ਤੇ ਫਿਰ ਉਹਨੂੰ ਸੋਨੇ ਨੂੰ ਕੱਸ ਕੇ ਦੇਖਦੇ। ਉਹਦੀ ਲੀਕ ਦੀ ਪਛਾਣ ਸੁਨਿਆਰਿਆਂ ਨੂੰ ਹੁੰਦੀ ਹੈ। ਉਹ ਲੀਕ ਤੇ ਜਿਹੜੀ ਵੱਜਦੀ ਆ ਉਹਦੀ ਪੱਥਰ ਦੇ ਉੱਤੇ, ਛੋਟੀ ਪੱਥਰੀ ਦੇ ਉੱਤੇ, ਉਹਦੇ ਤੋਂ ਕਸਵੱਟੀ ਤੋਂ ਪਛਾਣ ਜਾਂਦੇ ਵੀ ਇਹ 'ਚ ਤੇ ਮਿਲਾਵਟ ਹੈ ਫਲਾਨੀ ਧਾਤ ਦੀ। ਇਸ ਕਰਕੇ ਕਹਿੰਦੇ ਮੇਰਾ ਜਦੋਂ ਰਾਮੇ ਕਸਵੱਟੀ ਲਾਇਆ, ਜਿਹੜਾ ਕਸਵੱਟੀ ਹੈ ਸ਼ਬਦ ਕਸਵੱਟੀ ਲਾਇਆ। ਮਹੱਲਾ ਤੀਜਾ ਲਿਖਦਾ ਸਾਡੀ ਸ਼ਬਦ ਦੀ ਕਸਵੱਟੀ ਹੈ। ਜਿਉਂ ਨਾਮ ਜਪਾਂਗੇ ਉਹ ਸਾਨੂੰ ਪਤਾ ਲੱਗਦਾ ਜਾਏਗਾ। ਮਨ ਜਿਹੜਾ ਮਨ ਹੈ ਵੀ ਹੱਲੀ ਇਹ ਠੀਕ ਹੋਇਆ ਕਿ ਨਹੀਂ ਹੋਇਆ, ਕਿਉਂਕਿ ਮਨ ਨਾ ਬਦਲਣਾ ਹੈ ਅੰਦਰ। ਮਨ ਰਾਮੇ ਕਸਵੱਟੀ ਲਾਇਆ। ਰਾਮੇ ਹੈ ਸ਼ਬਦ, ਪਰਮੇਸ਼ਰ ਦੇ ਨਾਮ ਦੀ ਕਸਵੱਟੀ ਤੇ ਜਦੋਂ ਲਾਇਆ ਤੇ ਹੁਣ ਤੇ ਕੰਚਨ ਸੋਵਿੰਨਾ ਐਨ ਸ਼ੁੱਧ ਸੋਨਾ ਬਣ ਗਿਆ ਮੇਰਾ ਮਨ। ਹੁਣ ਇਹ 'ਚ ਕੋਈ ਮਿਲਾਵਟ ਨਹੀਂ ਰਹੀ ਔਰ ਇਹ ਮਨ ਸਾਫ ਹੋ ਗਿਆ। ਮਨ ਰਾਮੇ ਕਸਵੱਟੀ ਲਾਇਆ ਕੰਚਨ ਸੋਵਿੰਨਾ। ਔਰ ਫਿਰ ਗੁਰਮੁਖੇ ਹੈ। ਗੁਰਮੁਖ ਰੰਗ ਚ ਲੂਲਿਆ ਨਹੀਂ ਕਹਿਣਾ ਚਾਹੀਦਾ। ਗੁਰਮੁਖੇ ਦੀ ਖੱਖੇ ਦੀ ਸਿਹਾਰੀ ਨਾ ਬਣਾਉਣ ਕਰਕੇ ਹੀ ਸਾਰਾ ਸਮਝ ਨਹੀਂ ਆ ਰਹੀ। ਜਿੱਥੇ ਵੀ ਹੋਏਗੀ ਬਹੁਤ ਸਾਰੀ ਗੁਰਮੁਖ ਨਾਉਨ ਨਹੀਂ ਹੈ। ਗੁਰਮੁਖੀ ਚੈਨਲ ਹੈ, ਰਾਸਤਾ ਹੈ, ਪੈਸੇਜ ਹੈ, ਜਿਹਦੇ 'ਚ ਪੈ ਕੇ ਅਸੀਂ ਇਹ ਚੀਜ਼ਾਂ ਲੱਭ ਸਕਦੇ ਹਾਂ। ਗੁਰਮੁਖੇ ਲਫ਼ਜ਼ ਐਸਾ ਜ਼ਰੂਰੀ ਹੈ ਵੀ ਇਹ ਗੁਰਮੁਖੇ ਜ਼ਿਆਦਾ ਹੋਏਗਾ। ਗੁਰਮੁਖ ਬਹੁਤ ਘੱਟ ਆਇਆ ਬਾਣੀ 'ਚ, ਉਹ ਨਾਉਨ ਹੈ। ਲੇਕਿਨ ਇਹ ਗੁਰਮੁਖੇ ਇਸ ਤਰ੍ਹਾਂ ਐਡਵਰਬ ਜੀ ਐਸੀ ਚੀਜ਼ ਹੈ ਵੀ ਇਹ ਚੈਨਲ ਹੈ, ਪੈਸੇਜ ਹੈ, ਰਾਸਤਾ ਹੈ ਵੀ ਇਹਦੇ ਬਗੈਰ ਤੂੰ ਕੁਛ ਨਹੀਂ ਪਾ ਸਕਦਾ ਇਸ ਗਿਆਨ ਦੇ ਵਿੱਚੋਂ। ਗੁਰਮੁਖੇ ਹੈ ਵੀ ਗੁਰੂ ਧਾਰ, ਨੁਗਰਾ ਨਾ ਰਹਿ, ਬਾਕੀ ਔਗਣ ਛੱਡ ਔਰ ਗੁਣਾਂ ਨੂੰ ਗ੍ਰਹਿਣ ਕਰ। ਔਰ ਜਿਹੜੀਆਂ ਵੀ ਚੀਜ਼ਾਂ ਬਾਣੀ 'ਚ ਮਨਾ ਹੈ ਸਾਰੀ 'ਚ ਉਹ ਬੰਦ ਕਰ, ਕਿਉਂਕਿ ਤੇਰਾ ਇੰਨਾ ਫਲਦਾ ਨਹੀਂ ਹੈ ਨਾਮ ਜਪਣਾ। ਨਾਲ ਤੂੰ ਨਾਮ ਜਪਦਾ, ਨਾਲ ਤੂੰ ਔਗਣ ਕਰੀ ਜਾਣਾ, ਸਾਰਾ ਜ਼ਾਇਆ ਕਰ ਲੈਣਾ। ਗੁਰਮੁਖੀ ਰਾਸਤਾ ਉਹ ਸ਼ੁੱਧ ਰਾਸਤਾ ਹੈ ਜਿਹਦੇ ਵਿੱਚ ਔਗਣ ਛੱਡਣੇ ਪੈਂਦੇ, ਗੁਰੂ ਧਾਰਨਾ ਪੈਂਦਾ। ਗੁਰੂ ਵਾਲਾ ਬਣ ਕੇ ਫੇਰ ਤੂੰ ਰੰਗ ਤੇਰੇ ਤੇ ਚੜ੍ਹੇਗਾ। ਗੁਰਮੁਖੇ ਰੰਗੇ ਚਲੂਲਿਆ, ਇੱਥੇ ਫੇਰ ਅਸੀਂ ਰੰਗ ਚਲੂਲਾ ਕਹਿ ਦਿੰਦੇ ਹਾਂ। ਰੰਗੇ ਗੁਰਮੁਖੇ ਰੰਗੇ ਤੈਨੂੰ ਚੜ੍ਹੇਗਾ ਇਸ ਰਾਸਤੇ ਦੇ ਉੱਤੇ ਜਦੋਂ ਤੂੰ ਇਸ ਰਾਸਤੇ 'ਤੇ ਪਏਗਾ। ਗੁਰਮੁਖੇ ਰੰਗੇ ਚਲੂਲਿਆ ਤੇ ਮੇਰਾ ਮਨ ਤਨੋਂ ਭਿੰਨਾ। ਤਨ ਭਿੰਨਾ ਨਹੀਂ ਕਹਿਣਾ ਚਾਹੀਦਾ, ਉੱਤੇ ਇਹਦੇ ਸਪੈਲਿੰਗ ਅਲੱਗਾ ਹੈ। ਮੇਰਾ ਮਨ ਤੇ ਤਨ ਦੋਨੋਂ ਭਿੱਜ ਗਏ ਫੜ ਕੇ ਨਾਮ ਦੇ ਵਿੱਚ। ਪਰ ਜਨ ਨਾਨਕ ਮੁਸ਼ਕੇ ਚਕੋਲਿਆ, ਆ ਦੇਖੋ ਜਨ ਨਾਨਕ, ਜਨ ਦੇ ਨੰਨੇ ਨੂੰ ਔਂਕੜ, ਨਾਨਕ ਦੇ ਕੱਕੇ ਨੂੰ ਔਂਕੜ। ਇਹ ਸਿਰਫ ਮਹੱਲਾ ਚੌਥਾ ਲਿਖਣ ਵਾਲਾ ਆਪ ਵਿੱਚੋਂ ਹਟ ਗਿਆ। ਸਾਰੀ ਬਾਣੀ 'ਚ ਇਹ ਲੋ ਹੋਊਗੀ ਵੀ ਮਹੱਲਿਆਂ ਦੀ ਜਿੰਨੀ ਬਾਣੀ ਹੈ ਅਗਲਿਆਂ ਦੀ, ਉਹਨਾਂ ਨਾਲ ਜਿੱਥੇ ਨਾਨਕ ਲਿਖਿਆ ਹੋਊਗਾ ਜਨ ਨਾਨਕ ਨੂੰ ਵਡਿਆਈ ਦਿੱਤੀ ਹੋਊਗੀ। ਆਪ ਗਰੀਬੀ 'ਚ ਨੇ ਵੀ ਜਿਹੜਾ ਜਨ ਨਾਨਕ ਸੀ ਸਾਡਾ ਪਹਿਲਾ ਗੁਰੂ, ਔਰ ਜਨ ਨਾਨਕ ਨਹੀਂ ਹੀ ਉਹਨੂੰ ਵੀ ਇੰਨੇ ਹਲਾਰੇ, ਫਿਰ ਅੰਦਰੋਂ ਖੁਸ਼ਬੂਆਂ ਆਉਂਦੀਆਂ ਹੈ ਉਹਦੇ ਵਿੱਚ। ਮੁਸ਼ਕ ਦੇ ਵਿੱਚ ਉਹਨੂੰ ਚਕੋਲੇ ਹਲਾਰੇ ਆਉਂਦੇ ਆ। ਤਾਂ ਮੁਸ਼ਕ ਦਾ ਮੁਸ਼ਕ ਪੁਰਾਣੀ ਪੰਜਾਬੀ ਦੀ ਜ਼ੁਬਾਨ ਦੇ ਵਿੱਚ ਮੁਸ਼ਕ ਅੱਛੇ ਮਹੀਨਿਆਂ 'ਚ ਸੀ ਵੀ ਖੁਸ਼ਬੂ ਦੇ ਮਹੀਨਿਆਂ 'ਚ। ਅੱਜ ਕੱਲ੍ਹ ਇਹ ਬਦਲ ਗਈ ਹੈ ਯਾਰ, ਪਰੇ ਹਟ ਕੇ ਬੈਠ, ਤੇਰੇ ਕੋਲ ਮੁਸ਼ਕ ਆ ਰਹੀ ਹੈ। ਪੁਰਾਣੀ ਬੋਲੀ ਦੇ ਵਿੱਚ ਅੱਛੇ ਮਹੀਨਿਆਂ 'ਚ ਸੀ ਵੀ ਖੁਸ਼ਬੂ ਦਾ ਕੰਮ ਦਿੰਦੀ ਸੀ ਵੀ ਤੇਰਾ ਸਾਰਾ ਜੀਵਨ। ਜਨ ਨਾਨਕ ਜਿਹੜਾ ਬਾਬਾ ਨਾਨਕ ਸੀ ਉਹਦਾ ਅੰਦਰ ਬਾਹਰ ਸਾਰਾ ਖੁਸ਼ਬੂ ਨਾਲ ਭਰਿਆ ਹੁੰਦਾ ਸੀ। ਉਹਦੇ ਅੰਮ੍ਰਿਤ ਭਿੰਨੇ ਲੋਇਣਾ ਸੀ ਔਰ
ਉਹਦਾ ਮਨ ਐਨ ਸੋਨੇ ਵਰਗਾ ਸਾਫ਼ ਸੀ, ਐਨ ਸ਼ੁੱਧ ਮਨ ਹੋ ਗਿਆ ਸੀ। ਪਰ ਗੁਰਮੁਖੀ ਤਰੀਕੇ ਦੇ ਨਾਲ ਜਦੋਂ ਕਰਿਆ, ਕਹਿੰਦਾ ਫਿਰ ਸਾਰਾ ਜਨਮ ਧੰਨ ਧੰਨਾ ਹੋ ਗਿਆ। ਹੁਣ ਇਹ ਜਿਹੜਾ ਛੰਦ ਹੈ, ਸਾਰੀ ਜਿਹੜੀ ਬਾਣੀ ਹੈ ਬਾਕੀ ਮਹੱਲਿਆਂ ਤੇ ਭਗਤਾਂ ਦੀ, ਉਹ ਗੁਰੂ ਨਾਨਕ ਦੇ ਸ਼ਬਦਾਂ ਨੂੰ ਹੀ ਖੋਲ੍ਹਿਆ ਗਿਆ ਹੈ। ਜੇ ਧਿਆਨ ਨਾਲ ਦੇਖਿਆ ਜਾਏ ਤੇ ਗੁਰੂ ਨਾਨਕ ਦੀ ਇੰਨੀ ਬਾਣੀ ਉਹ ਚਹੱਦੀ ਵੈਣ ਹੈ, ਉਹਨੂੰ ਖੋਲ੍ਹਣ ਲਈ ਹੀ ਮਹੱਲਿਆਂ ਦੇ ਸ਼ਬਦ ਆਏ, ਭਗਤਾਂ ਦੀ ਬਾਣੀ ਨਾਲ ਲਾਈ, ਤਾਂ ਕਿ ਮਹੱਲੇ ਪਹਿਲੇ ਦੇ ਸ਼ਬਦ ਖੁੱਲ੍ਹ ਸਕਣ। ਕਿਉਂਕਿ ਜਿਹੜਾ ਕਿਸੇ ਵੀ ਗੁਰੂ ਔਰ ਕਿਸੇ ਭਗਤ ਨਾਲ ਗੁਰੂ ਨਾਨਕ ਦੇ ਉੱਤੋਂ ਦੀ ਗਿਆਨ ਨਹੀਂ ਕੀਤਾ ਹੋਏਗਾ। ਐਡੇ ਮੁਸ਼ਕਿਲ ਸ਼ਬਦ ਆ ਗੁਰੂ ਨਾਨਕ ਸਾਹਿਬ ਦੇ। ਅਸੀਂ ਹੁਣੇ ਉਹਨੇ ਨਾਲ ਖੋਲਾਂਗੇ ਵੀ ਬਾਬੇ ਨਾਨਕ ਦੀ ਹਾਲਤ ਕੀ ਸੀ, ਲੇਕਿਨ ਉਹ ਆਪ ਗਰੀਬੀ 'ਚ ਰਹੇ, ਇਹ ਨਹੀਂ ਜ਼ਾਹਰ ਹੋਣ ਦੇਣਗੇ ਵੀ ਮੇਰੀ ਇਹ ਹਾਲਤ ਹੈ। ਲੇਕਿਨ ਅਸੀਂ ਪਹਿਲਾਂ ਆਹ ਛੱਕਾ ਪੜ੍ਹ ਲਈਏ, ਉੱਥੋਂ ਬਾਅਦ ਫਿਰ ਅਸੀਂ ਬਾਬੇ ਦੇ ਸ਼ਬਦ ਨਾਲ ਹੀ, ਸਲੋਕਾਂ ਨਾਲ ਹੀ ਆ ਅੰਮ੍ਰਿਤ ਪਿੰਨੇ ਲੋਇਣਾ ਖੁੱਲ੍ਹੇਗਾ। ਤੋ ਛੰਦ ਚੱਲ ਰਿਹਾ ਹੈ ਆਸਾ ਮਹੱਲਾ ਚੌਥਾ, ਛੰਤ ਘਰ ਚੌਥਾ। ਪਹਿਲਾ ਛੱਕੇ 6 ਔਰ 6 ਦੇ ਵਿੱਚ 4-4 ਛੰਦ ਆਉਣਗੇ ਸਾਰੇ, ਔਰ 6 ਚੌਕਾ 24 ਪੌੜੀਆਂ ਦੇ ਨਾਲ ਇਹ ਲਾ ਦਿੱਤੇ, ਕਿਉਂਕਿ ਇਹਦੇ ਵੀ 24 ਇਹ ਛੱਕੇ ਛੰਦ ਅਸੀਂ ਉਹਨਾਂ ਦਾ ਗਿਆਨ ਲਾਂਗੇ। ਤੋ ਹਰ ਅੰਮ੍ਰਿਤ ਪਿੰਨੇ ਲੋਇਣਾ, ਮੈਂ ਸ਼ੁੱਧ ਜਿੰਨਾ ਹੋ ਸਕਦਾ ਪੜ੍ਹ ਰਹੇ ਹਾਂ, ਅਸੀਂ ਸਿਹਾਰੀਆਂ ਬੁਲਾ ਰਹੇ ਹਾਂ, ਕਿਉਂਕਿ ਸਾਡੀਆਂ ਸਿਹਾਰੀਆਂ ਤੇ ਔਂਕੜ ਗੁੰਗੇ ਨਹੀਂ ਹੈ। ਇਸੇ ਕਰਕੇ ਹੁਣ ਦੀਆਂ ਨਵੀਆਂ ਬੀੜਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਸਿਹਾਰੀਆਂ ਤੇ ਔਂਕੜ ਗਾਇਬ ਹੈ ਵੀ ਇਹ ਬਹੁਤ ਫਾਲਤੂ ਲਾਏ ਮਹਾਰਾਜ ਨੇ। ਐਸੀ ਅਣਗਹਿਲੀ ਹੋ ਰਹੀ ਹੈ। ਲੇਕਿਨ ਅਸੀਂ ਧਿਆਨ ਦੇ ਨਾਲ ਦੇਖਣਾ, ਔਰ ਪਹਿਲੀ ਬਾਣੀ, ਪਹਿਲੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚ ਸਾਰੇ ਠੀਕ ਹੈ, ਔਰ ਜਪ ਬਾਣੀ 'ਚ ਸਾਰਾ ਕੁਝ ਠੀਕ ਹੈ, ਔਂਕੜ ਵੀ ਠੀਕ ਹੈ, ਸਿਹਾਰੀਆਂ ਵੀ ਠੀਕ ਹੈ, ਸਭ ਕੁਛ ਸ਼ੁੱਧ। ਕਿਉਂਕਿ ਛੋਟੀ ਜੀ ਬਾਣੀ ਹੈ, ਬੜੇ ਧਿਆਨ ਨਾਲ ਔਰ ਤੂੰ ਨਕਲ ਕਰਦੇ ਸੀ ਸ਼ੁੱਧ। ਲੇਕਿਨ ਗਾਂ ਬਾਣੀ ਇੰਨੀ ਆਈ, ਅੱਜ ਕੱਲ੍ਹ ਦੇ ਪ੍ਰਿੰਟਰ ਨਿਕਲੇ ਮਾਰ, ਉਹ ਕੋਈ ਪਰਵਾਹ ਨਹੀਂ ਕਰਦਾ। ਹੁਣ ਗਿਆਨ ਲੈ ਰਹੇ, ਹੁਣ ਦੁਨੀਆ ਇਸ ਬੰਨੇ ਆ ਰਹੀ ਹੈ। ਭਾਈ ਇਹਨਾਂ ਦੀ ਤੇ ਬਹੁਤ ਲੋੜ ਹੈ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮੇ ਰਤਨਾ ਰਾਮ ਰਾਜੇ, ਮਨ ਰਾਮੇ ਕਸਵੱਟੀ ਲਾਇਆ, ਕੰਚਨ ਸੋਵਿੰਨਾ, ਗੁਰਮੁਖੇ ਰੰਗੇ ਚਲੂਲਿਆ, ਮੇਰਾ ਮਨ ਤਨੋ ਪਿੰਨਾ, ਜਨ ਨਾਨਕ ਮੁਸ਼ਕੇ ਚ ਘੋਲਿਆ, ਸਭ ਜਨਮ ਧੰਨ ਧੰਨਾ। ਆਓ ਇਸ ਛੱਕੇ ਦੇ ਉੱਤੇ, ਇਸ ਛੰਦ ਦੇ ਉੱਤੇ ਅਸੀਂ ਬਾਬੇ ਨਾਨਕ ਦੀ ਬਾਣੀ ਹੀ ਲੈ ਕੇ ਉਹਨੂੰ ਖੋਲ੍ਹਦੇ ਹਾਂ। ਤੋ ਮਹੱਲੇ ਪਹਿਲੇ ਦੀ ਬਾਣੀ ਆਈ, ਉਹਨਾਂ ਨੇ ਲਿਖਿਆ, ਦੇਖੋ ਇਹ ਲੋਇਣ ਰਤਨੇ ਲੋਇਣੀ ਬਾਬੇ ਨਾਨਕ ਦਾ ਸ਼ਲੋਕ ਹੈ, ਔਰ ਮਹੱਲਾ ਪਹਿਲਾ ਪੰਨਾ ਹੈ ਇਹਦਾ 1091, ਪੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1091। ਉਹਦੇ 'ਤੇ ਆ ਪਹਿਲੇ ਦੇ ਭਾਵ ਅਰਥ ਬਿਲਕੁਲ ਬਾਬੇ ਨਾਨਕ ਨੂੰ ਦੇ ਆ ਸ਼ਬਦ ਨਾਲ ਖੋਲ੍ਹਣਗੇ। ਪਹਿਲਾਂ ਅਸੀਂ ਇਹ ਪੜ੍ਹ ਲਈਏ ਮਹੱਲਾ ਪਹਿਲਾ। ਹਾਂ ਮੋਆ ਮੈਂ ਮਾਰਿਆ, ਪਵਨ ਵਹਿ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ, ਜਾ ਮਨ ਰੱਤਾ ਨਾਏ, ਲੋਇਣ ਰੱਤੇ ਲੋਇਣੀ, ਕੰਨੀ ਸੁਰ ਤੇ ਸਮਾਏ, ਜੀਵ ਰਸਾਇਣੇ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕੇ ਚ ਘੋਲਿਆ, ਕੀਮਤੇ ਕਹੀ ਨਾ ਜਾਏ। ਐਸਾ ਉੱਚਾ ਸ਼ਲੋਕ ਮਹਾਰਾਜ ਨੂੰ ਆਇਆ, ਔਰ ਉਹਨਾਂ ਨਾਲ ਇਹਦੇ ਨਾਲ ਉਹ ਪਹਿਲਾ ਛੱਕਾ ਖੁੱਲ੍ਹੇਗਾ ਵੀ ਜਦੋਂ ਮੈਂ ਆਪਣੀ ਹਉਮੈ ਮਾਰ ਲਈ, ਹਾਂ ਮੋਆ ਮੈਂ ਮਾਰਿਆ, ਆਪਣੇ ਆਪ ਨੂੰ ਮੈਂ ਮਾਰ ਲਿਆ, ਮਤਲਬ ਅੰਦਰੋਂ ਹਉਮੈ ਸ਼ਬਦ ਦੀ ਕਮਾਈ ਦੇ ਨਾਲ, ਕਿਉਂਕਿ ਹਉਮੈ ਜਿਹੜੀ ਅੰਦਰੋਂ ਜਾਣੀ ਹੈ, ਇਹ ਸ਼ਬਦ ਦੀ ਕਮਾਈ ਤੋਂ ਬਗੈਰ ਨਹੀਂ। ਦੋ ਕਿਸਮ ਦੇ ਸ਼ਬਦ ਨੇ, ਇੱਕ ਆ ਜਿਹੜਾ ਅਸੀਂ ਗਿਆਨ ਲੈ ਰਹੇ ਨਾ, ਇਹ ਵੀ ਸ਼ਬਦ ਹੈ। ਇੱਕ ਸ਼ਬਦ ਹੈ ਜਿਹਦੇ ਵੱਲ ਸਾਰਾ ਗਿਆਨ ਲਾਏਗਾ, ਔਰ ਜਪ ਬਾਣੀ ਦੇ ਵਿੱਚ ਹੀ ਉਹ ਇੱਕੋ ਵਾਰੀ ਸ਼ਬਦ ਆਇਆ, ਦੱਦੇ ਨੂੰ ਔਂਕੜ ਹੋਊ, ਉਹ ਹੈ ਘੜੀਐ ਸ਼ਬਦ ਸੱਚੀ ਟਕਸਾਲ। ਉਹ ਜਪਣ ਵਾਲਾ ਸ਼ਬਦ ਆ, ਉਹਨੂੰ ਗੁਰਮੰਤਰ, ਦੀਖਿਆ, ਬਚਨ, ਕਈ ਲਫ਼ਜ਼ਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਉਹ ਪਰਮੇਸ਼ਰ ਦਾ ਨਿਰੋਲ ਕੇਵਲ ਨਾਮ ਹੈ, ਔਰ ਜਿਹਦੇ 'ਚ ਪਾਰਸ ਕਲਾ ਹੈ। ਆ ਜਿਹੜੀ ਬਾਣੀ ਹੈ, ਇਹ 'ਚ ਗਿਆਨ ਕਲਾ ਹੈ। ਅਸੀਂ ਗਿਆਨ ਦੇ ਨਾਲ ਇੱਕ ਸ਼ਬਦ ਜਪਣ ਨਾਲ ਅਸੀਂ ਵਿੱਚੋਂ ਲੱਭ ਸਕਦੇ ਹਾਂ, ਔਰ ਉਹਦੇ ਜਪਣ ਦੇ ਨਾਲ ਹੀ ਸਾਰਾ ਕਲਿਆਣ ਪਾਰਸ ਕਲਾ ਵਰਤਣੀ ਹੈ। ਬਾਣੀ ਨਾਲ ਗਿਆਨ ਦੇਣਾ ਹੈ।
ਆ ਹੁਣ ਅਸੀਂ ਇਹ ਗਿਆਨ ਲੈ ਰਹੇ ਹਾਂ ਬਾਬੇ ਨਾਨਕ ਦੀ ਬਾਣੀ ਦਾ। ਹਉ ਮੂਆ ਮੈਂ ਮਾਰਿਆ ਪਾਵਨ ਵਹਿ ਦਰਿਆਓ। ਮੈਂ ਜਦੋਂ ਆਪਣੇ ਆਪ ਨੂੰ ਮਾਰ ਲਿਆ, ਜਦੋਂ ਮੈਂ ਫਿਰ ਅਭਿਆਸ ਦਾ ਗੇੜਾ ਲਾਇਆ, ਮੈਂ ਇੱਕ ਗੇੜੇ ਦੇ ਵਿੱਚ ਉਹਦੇ ਦਰ ਤੋਂ ਵਾਪਸ ਆ ਜਾਂਦਾ। ਅੰਦਰ ਹੀ ਦਰ ਹੈ, ਅੰਦਰ ਇਸ ਕਾਇਆ ਦੇ ਅੰਦਰ 9 ਖੰਡ ਪ੍ਰਿਥਵੀ, ਇਹ ਕਾਇਆ ਅੰਦਰ ਹੀ ਬ੍ਰਹਮਾ ਵਿਸ਼ਨ ਮਹੇਸ਼, ਸਾਰੀ ਇਹ ਅੰਦਰੋਂ ਕਾਇਆ ਐਡੀ ਵੱਡੀ ਹੋ ਜਾਂਦੀ ਹੈ ਵੀ ਜੋ ਬ੍ਰਹਮੰਡੇ ਸੋਈ ਪਿੰਡੇ। ਅੰਦਰ ਹੀ ਕਾਇਆ ਦੇ ਸਭ ਕੁਛ ਇਹ ਦਿਸਣ ਲੱਗ ਪੈਂਦਾ। ਤੂੰ ਮਹਾਰਾਜ ਕਹਿੰਦੇ ਮੈਂ ਤੇ ਜਿਹੜੀ ਚਾਰੇ ਖੰਡ ਹੈ, ਮੈਂ ਤੇ ਇੱਕ ਗੇੜਾ ਜਦੋਂ ਅਭਿਆਸ ਦਾ ਲੱਗਦਾ ਮੇਰਾ ਵਾਹਿਗੁਰੂ ਗੁਰਮੰਤਰ ਦਾ, ਔਰ ਮੈਂ ਉਹਦੇ ਦਰ ਤੋਂ ਵਾਪਸ ਆ ਜਾਂਦਾ। ਦਰਿਆਓ ਦਾ ਮਤਲਬ ਦਰਿਆ ਨਹੀਂ ਹੈ ਇੱਥੇ। ਅੱਲਾ ਕਹਿੰਦਾ ਮੈਂ ਇੱਕ ਅਭਿਆਸ ਦਾ ਗੇੜਾ ਮਾਰਦਾ ਤੇ ਮੈਂ ਅੰਦਰ ਉਸ ਤੱਕ ਮੇਰੀ ਚੜ੍ਹਾਈ ਹੋ ਜਾਂਦੀ ਆ, ਉੱਥੋਂ ਮੈਂ ਵਾਪਸ ਆ ਜਾਂਦਾ। ਹਉ ਮੂਆ ਜਦੋਂ ਮੇਰੇ ਅੰਦਰ ਹਉਮੈ ਖਤਮ ਹੋ ਗਈ, ਹਉ ਮੂਆ ਮੈਂ ਮਾਰਿਆ ਆਪਣੇ ਆਪ ਨੂੰ। ਮੈਂ ਜੀਵਨ ਅਸੀਂ ਜੀਂਦੇ ਮਰਨਾ ਹੈ, ਪਰ ਉਹ ਮਰਨਾ ਨਹੀਂ ਹੈ। ਜੀਂਦੇ ਮਰਨਾ ਵੀ ਅਸੀਂ ਐਕਸਪਲੇਨ ਕਰਨਾਂਗੇ ਵੀ ਜੀਵਤ ਮਰਨਾ ਕਿੱਦਾਂ ਹੈ। ਲੇਕਿਨ ਬਾਬਾ ਕਹਿੰਦੇ ਜਦੋਂ ਮੈਂ ਆਪਣੇ ਆਪ ਦੀ ਈਗੋ ਮਾਰ ਲਈ, ਹਉਮੈ ਮਾਰ ਲਈ, ਫਿਰ ਮੈਂ ਐਸਾ ਮੈਂ ਚੜ੍ਹਾਈ ਚੜ੍ਹ ਗਿਆ ਵੀ ਮਨ ਚੜ੍ਹਿਆ 10ਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ। ਇੰਨੀ ਚੜ੍ਹਾਈ ਤਾਂ ਦੀ ਹੋ ਗਈ, ਮੈਂ ਉਹਦੇ ਦਰ ਤੋਂ ਵਾਪਸ ਆ ਜਾਂਦਾ। ਤੋ ਪਹਿਲਾ ਹੈ ਹਉ ਮੂਆ ਮੈਂ ਮਾਰਿਆ। ਜਦੋਂ ਮੈਂ ਮਾਰਿਆ, ਪਾਵਨ ਕਹਿੰਦੇ ਹੈ ਜਿਹੜੀ ਅਭਿਆਸ ਨੂੰ ਕਿਹਾ ਹੈ, ਨਾਮ ਨੂੰ ਕਿਹਾ ਪਰਮੇਸ਼ਰ ਦੇ ਨੂੰ। ਕਿਉਂਕਿ ਸਿੱਧਾ ਨਾ ਪੁੱਛਿਆ ਬਾਬਾ ਤੂੰ ਆਪਣਾ ਭਜਨ ਕਿੱਥੋਂ ਸਟਾਰਟ ਕਰਦਾ, ਜਦ ਤੂੰ ਕਹਿੰਦਾ ਮੇਰਾ ਗੁਰੂ ਕੋਈ ਨਹੀਂ ਔਰ ਮੇਰਾ ਸ਼ਬਦ ਹੀ ਗੁਰੂ ਹੈ, ਤੂੰ ਕਿੱਥੋਂ ਸ਼ੁਰੂ ਕਰਦਾ? ਉਹ ਕਹਿੰਦਾ ਪਾਵਨ ਆਰੰਭ। ਸਿੱਧਾ ਉਹਨੂੰ ਕਸਾਉਂਦੇ, ਕਹਿੰਦਾ ਮੈਂ ਵਾਹੇ ਅੰਦਰ ਖਿੱਚਦਾ ਹੈ। ਵਾਹੇ ਹਵਾ ਦੀ ਆਵਾਜ਼, ਅੱਖਰ ਨਹੀਂ ਹੈ। ਅੰਦਰ ਮੈਂ ਖਿੱਚਦਾ ਇਸ ਆਕਸੀਜਨ ਨੂੰ, ਔਰ ਉਹਨੂੰ ਕਾਰਬਨ ਡਾਈਆਕਸਾਈਡ ਬਣ ਕੇ ਬਾਹਰ ਮੈਂ ਗੁਰੂ ਕਹਿ ਕੇ ਬਾਹਰ ਕੱਢਦਾ ਹੈ। ਇਸ ਕਰਕੇ ਮੈਂ ਵਾਹਿਗੁਰੂ ਦਾ ਅਭਿਆਸ ਕਰਦਾ ਹੈ, ਔਰ ਮੈਂ ਪਾਵਨ ਪਹਿਲਾਂ ਵੀ ਅੰਦਰ ਨੂੰ ਸਾਹ ਖਿੱਚਦਾ ਹੈ। ਇਹ ਅੱਖਰ ਨਹੀਂ ਹੈ, ਹਵਾ ਦੀ ਆਵਾਜ਼ ਹੈ, ਪਰ ਗੁਰੂ ਅੱਖਰ ਹੈ ਜਿਹੜਾ ਕਿ ਜੀਭ ਨਾਲ ਬੋਲੀ ਜਾਂਦਾ। ਔਰ ਗਾਂ ਫਿਰ ਉਹ ਜਿਹੜਾ ਗੁਰੂ ਹੈ ਉਹ ਸਾਡਾ ਅੱਖਰ ਹੈ। ਤਦੇ ਲਿਖਿਆ ਮਹੱਲੇ 5ਵੇਂ ਨਾ, ਗੁਰੂ ਗੁਰੂ ਜਪੇ ਮੀਤ ਹਮਾਰੇ, ਮੁਖ ਊਜਲ ਹੋਵੇ ਦਰਬਾਰੇ। ਐਡੀ ਵੱਡੀ ਇਹ 'ਚ ਤਾਕਤ ਹੈ। ਵਾਹਿਗੁਰੂ ਮੰਤਰ ਦੇ 2 ਹਿੱਸੇ ਹੈ। ਵਾਹੇ ਹਵਾ ਦਾ ਖਿੱਚਣਾ ਹੈ ਅੰਦਰ, ਔਰ ਗੁਰੂ ਬਾਹਰ ਕੱਢਣਾ ਹੈ। ਮੈਂ ਪਵਨ ਨੂੰ ਆਰੰਭ ਕਰਦਾ, ਔਰ ਕਿਹੜੀ ਮੱਤ ਨਾਲ ਭਜਨ ਕਰਦਾ। ਜੋਗੀ ਕਹਿੰਦੀ ਅੱਜ ਤੂੰ ਕਹਿੰਦਾ ਮੇਰਾ ਗੁਰੂ ਕੋਈ ਨਹੀਂ ਦੇਜ, ਉਹ ਕਹਿੰਦਾ ਮੈਂ ਸਤਿਗੁਰ ਦੀ ਮੱਤ ਨਾਲ ਭਜਨ ਕਰਦਾ। ਆ ਸਿੱਧ ਗੋਸ਼ ਦੇ ਵਿੱਚ ਬਾਬੇ ਨੇ ਲਿਖ ਜਾਣਾ ਵੀ ਮੈਂ ਆਪਣੇ ਸਤਿਗੁਰ ਦੀ ਮੱਤ ਨਾਲ ਭਜਨ ਕਰਦਾ। ਉਹਦਾ ਕਿਹੜਾ ਸਤਿਗੁਰ ਸੀ? ਉਹਨਾਂ ਦੇ ਅੰਦਰ ਸਤਿਗੁਰ ਆਇਆ ਸੀ ਜਿਹੜਾ ਕਿ ਸਾਰਾ ਵੱਡਾ ਭੇਦ ਨਿਕਲ ਰਿਹਾ ਵੀ ਸਤਿਗੁਰ ਦੇਹ ਨਹੀਂ ਹੈ, ਸਤਿਗੁਰ ਇਨਸਾਨ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਸਭ ਦਾ ਮਤਲਬ ਗਲੋਬਲ ਸਤਿਗੁਰੂ ਹੈ। ਕ੍ਰਾਈਸਟ ਦਾ ਵੀ ਇਹੋ ਹੀ ਸਤਿਗੁਰੂ ਹੈ, ਮੋਜ਼ਸ ਦਾ ਇਹੋ ਸਤਿਗੁਰੂ ਹੈ, ਕਬੀਰ ਸਾਹਿਬ ਦਾ ਇਹੋ ਸਤਿਗੁਰੂ ਹੈ, ਨਾਮਦੇਵ ਦਾ ਇਹੋ ਸਤਿਗੁਰੂ ਹੈ। ਬਾਣੀ 'ਚ ਲਿਖਿਆ। ਇਸ ਕਰਕੇ ਸਾਂਝਾ ਸਤਿਗੁਰੂ ਹੈ ਸਾਰਿਆਂ ਦਾ, ਔਰ ਇਹ ਇਨਸਾਨ ਨਹੀਂ ਹੈ। ਅੰਦਰ ਆਉਣਾ ਹੈ, ਔਰ ਇਹੋ ਹੀ ਤਾਕਤ ਇਹਨੂੰ ਇਹਨੂੰ ਇਸੇ ਨੂੰ ਕਿਹਾ ਵੀ ਐਸੀ ਹਸਤੀ ਵਜੂਦ ਜੋ ਹਜ਼ਰਤ ਮੁਹੰਮਦ ਸਾਹਿਬ ਦੇ ਅੰਦਰ ਆਇਆ। ਇਸ ਕਰਕੇ ਜਿਹੜਾ ਸਤਿਗੁਰੂ ਸਮਝਣਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਸਿੱਧਾ ਨੂੰ ਸਮਝਾ ਰਿਹਾ ਬਾਬਾ ਨਾਨਕ। ਉਹ ਕਹਿੰਦੇ ਤੂੰ ਆਪਣੀ ਸਟਾਰਟ ਦੱਸ ਕਿੱਥੋਂ ਕਰਦਾ ਭਜਨ, ਜੋ ਤੂੰ ਕਹਿੰਦਾ ਮੇਰਾ ਗੁਰੂ ਕੋਈ ਨਹੀਂ ਹੈ। ਇਸ ਕਰਕੇ ਉਹ ਸਟਾਰਟ ਕਹਿੰਦਾ ਮੈਂ ਹਵਾ ਅੰਦਰ ਖਿੱਚਦਾ ਹੈ। ਪਵਨ ਆਰੰਭ। ਉਹਨਾਂ ਨੇ ਪੁੱਛਿਆ ਕਵਨ ਮੂਲ, ਕਵਨ ਮਤ ਵੇਲਾ, ਕਿਹੜੀ ਮਤ ਨਾਲ ਭਜਨ ਕਰਦਾ, ਕਿਹੜੇ ਵੇਲੇ ਕਰਦਾ, ਤੂੰ ਕਿੱਥੋਂ ਸਟਾਰਟ ਕਰਦਾ? ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬੇ ਨੇ ਪਹਿਲਾਂ ਹੀ ਸਿੱਧ ਗੋਸ਼ਟਾਂ ਨੂੰ ਜਵਾਬ ਦਿੱਤਾ, ਸ਼ਬਦ ਗੁਰੂ ਸੁਰਤੇ ਤੋਂ ਨਚੇਲਾ, ਔਰ ਪਵਨ ਆਰੰਭ ਸਤਿਗੁਰ ਮਤੇ ਵੇਲਾ। ਬਾਬੇ ਨਾਨਕ ਨੇ ਆਪਣੀ ਬਾਣੀ 'ਚ ਸਤਿਗੁਰ ਲਿਖ ਜਾਣਾ ਸਦਾ ਲਈ। ਸਾਰਿਆਂ ਨੂੰ ਸਾਫ਼ ਹੋ ਰਿਹਾ ਹੁਣ ਵੀ ਸਤਿਗੁਰੂ ਗੁਰੂ ਨਾਨਕ ਦੇ ਅੰਦਰ ਆਇਆ ਸੀ, ਆਪ ਸਤਿਗੁਰੂ ਨਹੀਂ ਸੀ। ਔਰ ਇਹ ਗਲੋਬਲ ਸਤਿਗੁਰੂ ਹੈ, ਸਾਰਿਆਂ ਦਾ ਸਾਂਝਾ ਹਰ ਮਜ਼ਹਬ। ਮੁਹੰਮਦ ਸਾਹਿਬ ਜਦੋਂ ਇਹ ਆਇਆ
ਕੁਰਾਨ ਸ਼ਰੀਫ 'ਚ ਇਹਨੂੰ ਰੱਬੇ ਔਲੀਅਨ ਕਿਹਾ ਹੈ, ਪਹਿਲਾ ਰੱਬ ਜਿਹੜਾ ਆਉਂਦਾ ਹੈ। ਇਸ ਕਰਕੇ ਸਤਿਗੁਰੂ ਨੂੰ ਜਿਹੜਾ ਸਮਝ ਗਏ ਸਾਰਾ ਗਿਆਨ ਕੜੀਆਂ ਨੂੰ ਖੁੱਲ੍ਹ ਜੂ। ਜੇ ਸਤਿਗੁਰੂ ਇਨਸਾਨ ਨੂੰ ਸਮਝ ਲਿਆ, ਬੰਦੇ ਨੂੰ ਸਮਝ ਲਿਆ, ਜੇ ਕਿਸੇ ਗੁਰੂ ਨੂੰ ਸਮਝ ਲਿਆ, ਸਾਰੀ ਬਾਣੀ ਹੌਚ ਪੌਚ ਹੋ ਜੂ, ਸਮਝ ਨਹੀਂ ਆਏਗੀ ਬਾਣੀ ਦੀ। ਕਿਉਂਕਿ ਪਹਿਲੇ ਹੀ ਅਸੀਂ ਉਦਾਹਰਨ ਦਿੰਦੇ ਹਾਂ ਵੀ ਸਿੱਧ ਗੋੜ ਦੇ ਵਿੱਚ ਬਾਬਾ ਜੋਗੀ ਨੇ ਪੁੱਛਿਆ ਤੇਰਾ ਕਵਨ ਗੁਰੂ? ਉਹ ਕਹਿੰਦੇ ਮੇਰੇ ਸਤੇ ਗੁਰੂ ਮਤ ਵੇਲਾ। ਸਤਿਗੁਰ ਦੀ ਸਾਰੀ ਬਾਣੀ ਹੀ ਸਤਿਗੁਰ ਦੀ ਮੱਤ ਹੈ, ਉੱਤੋਂ ਆਈ ਹੈ ਸਾਰੀ। ਇਸ ਕਰਕੇ ਸਤਿਗੁਰ ਮਤ ਵੇਲਾ ਦਾ ਮਤਲਬ ਹੈ ਮੈਂ ਆਪਣੇ ਸਤਿਗੁਰ ਦੀ ਮੱਤ ਦੇ ਨਾਲ ਭਜਨ ਕਰਦਾ। ਕੌਣ ਦਿੰਦਾ ਸੀ? ਜੈਸੀ ਮੀ ਆਵੇ ਖਸਮ ਕੀ ਬਾਣੀ ਤੈਸੜਾ ਖਰੀ ਗਿਆਨ ਵੇ ਲਾ ਲਓ, ਉੱਤੋਂ ਸਾਰੀ ਬਾਣੀ ਆਉਂਦੀ ਸੀ। ਇਸ ਕਰਕੇ ਸਤਿਗੁਰ ਦੀ ਮੱਤ ਨਾਲ ਮੈਂ ਭਜਨ ਕਰਦਾ। ਔਰ ਮੈਂ ਸ਼ਬਦ ਜਿਹੜਾ ਮੇਰਾ ਗੁਰੂ ਹੈ ਇਹ ਵਾਹਿਗੁਰੂ ਦਾ ਅੱਧਾ ਹਿੱਸਾ ਹੈ। ਵਾਹੇ ਹਵਾ ਦਾ ਇਹ ਕਹਿੰਦੇ ਮੈਂ ਪਹਿਲਾਂ ਵਾਹੇ ਅੰਦਰ ਖਿੱਚਦਾ ਹਾਂ। ਅੱਖਰ ਨਹੀਂ, ਅੱਖਰ ਹੁਣ ਬਣੇਗਾ ਜੀਭ ਦੇ ਨਾਲ ਗੁਰੂ। ਇਸ ਕਰਕੇ ਵਾਹਿਗੁਰੂ ਮੈਂ ਅਰਧ ਅਵਰਦੀ ਇਨਹੇਲ ਐਕਸੇਲ ਦੇ ਨਾਲ ਤਾਲ ਜੋੜ ਲੈਣਾ ਔਰ ਮੈਂ ਇਸ ਤਰ੍ਹਾਂ ਭਜਨ ਕਰਦਾ। ਲੇਕਿਨ ਇਹਦੇ ਨਾਲ ਹੀ ਹਾਮੇ ਸ਼ਬਦੇ ਗਵਾਏ ਮਹਾਰਾਜ ਦਾ ਜਿਹੜਾ ਸਲੋਕ ਆ ਰਿਹਾ ਵੀ ਮੇਰੇ ਆਹ ਹਾਲਤਾਂ ਅੰਦਰ ਹੋ ਗਈਆਂ। ਬਾਬਾ ਨਾਨਕ ਆਪਣਾ ਨਾਂ ਨਹੀਂ ਲਿਖੇਗਾ, ਪਰ ਸ਼ਬਦ 'ਚ ਐਸੀ ਤਰਕੀਬ ਗਰੀਬੀ ਰੱਖੀ ਹੈ ਵੀ ਮੇਰੇ ਕੋਲ ਕੁਛ ਨਹੀਂ ਹੈ, ਲੇਕਿਨ ਜਿਨ੍ਹਾਂ ਨੇ ਸ਼ਬਦ ਜਪਿਆ ਹੈ ਉਹਨਾਂ ਦਾ ਆਹ ਹਾਲ ਹੋ ਗਿਆ ਹੈ। ਜਦੋਂ ਉਹਨਾਂ ਦਾ ਅੰਦਰ ਈਗੋ ਮਰ ਗਈ, ਸਭ ਕੁਛ ਹੋ ਗਿਆ, ਫਿਰ ਪਹਿਲੇ ਅਭਿਆਸ ਦੇ ਗੇੜੇ 'ਚ ਉਹਦੇ ਦਰ ਤੋਂ ਵਾਪਸ ਆ ਜਾਂਦਾ ਬੰਦਾ। ਹਾਂ ਮੂਆ ਮੈਂ ਮਾਰਿਆ ਪਾਵਨ ਵਹਿ ਦਰਿਆਓ, ਦਰ ਤੋਂ ਮੈਂ ਵਾਪਸ ਆ ਜਾਣਾ। ਕਿੱਡਾ ਵੱਡੀ ਚੜ੍ਹਾਈ ਸੀ ਬਾਬੇ ਨਾਨਕ ਦੀ। ਹੁਣ ਵੀ ਐਸੇ ਬਾਣੀ ਤੁਹਾਨੂੰ ਸਾਰੀ ਦੇ ਰਹੇ ਆ ਵੀ ਮਨ ਚੜ੍ਹਿਆ 10ਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ। ਮਨ ਦੀ ਅੰਦਰ ਚੜ੍ਹਾਈ ਹੁੰਦੀ ਹੈ 10ਵੇਂ ਦੁਆਰ ਤੱਕ, ਉੱਥੇ ਨਾ ਫਿਰ ਊਂਘ ਹੈ ਨਾ ਭੁੱਖ ਹੈ, ਐਸੀਆਂ ਕਲਾ ਹੈ। ਲੇਕਿਨ ਅਸੀਂ ਉਹ ਖੋਲ ਰਹੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਉਹ ਅਸੀਂ ਖੋਲ ਰਹੇ ਹਾਂ। ਬਾਬਾ ਖੋਲੂਗਾ ਹੁਣ। ਹਾਂ ਮੂਆ ਮੈਂ ਮਾਰਿਆ, ਮੈਂ ਕਹਿੰਦੇ ਮੈਂ ਆਪਣੀ ਈਗੋ ਮਾਰ ਲਈ। ਪਾਵਨ ਰਾਣੇ ਨੂੰ ਔਂਕੜ ਹੈ ਇਹ ਜਿਹੜੀ ਆ ਵਹਿ ਦਰੀ ਆਓ, ਦਰ ਤੋਂ ਵਾਪਸ ਆ ਜਾਂਦਾ ਮੈਂ ਇੱਕ ਗੇੜੇ ਦੇ ਅਭਿਆਸ 'ਚ। ਔਰ ਬਾਬੇ ਨਾਲ ਅਭਿਆਸ ਕਿਸ ਤਰ੍ਹਾਂ ਕੀਤਾ ਆਪ ਉਹ ਲਿਖਦੇ ਨੇ। ਇੱਕੇ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ। ਬਾਬਾ ਕਹਿੰਦਾ ਮੈਂ ਵਾਹੇ ਅੰਦਰ ਖਿੱਚਦਾ, ਗੁਰੂ ਬਾਹਰ ਕੱਢਦਾ ਔਰ ਮੈਂ ਇਹਦੇ ਵਿੱਚ ਹੀ ਫਿਰ ਸਾਰੀਆਂ ਕਲਾ ਵਰਤ ਜਾਂਦੀਆਂ। ਵਾਹਿਦੀ ਗੁਰੂ ਅੱਖਰ ਹੈ। ਇਸ ਕਰਕੇ ਜ਼ਿਆਦਾ ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰੂ ਗੁਰ ਗੁਰੂ ਗੁਰ ਗੁਰੂ ਗੁਰ ਸਾਰਾ ਗੁਰੂ ਜ਼ਿਆਦਾ ਲਫ਼ਜ਼ ਹੈ ਵੀ ਜਿਹੜਾ ਸ਼ਬਦ ਗੁਰੂ ਹੈ। ਇਸ ਕਰਕੇ ਦੇਹ ਵੱਲ ਨਹੀਂ ਜਾਣਾ। ਉਹ ਕਹਿੰਦਾ ਸ਼ਬਦ ਗੁਰੂ ਹੈ, ਉਹਦੇ ਵਿੱਚ ਸੁਰਤੇ ਧੁੰਨੇ ਚੇਲਾ ਬਣ ਜਾਂਦਾ। ਕਿਉਂਕਿ ਜੋਗੀਆਂ ਦੇ ਚੇਲੇ ਹੁੰਦੇ ਸੀ, ਬਾਬਾ ਸਿੱਧ ਗੋਸ਼ਟ ਕਰ ਰਿਹਾ। ਇਸ ਕਰਕੇ ਉਹ ਕਹਿੰਦਾ ਮੈਂ ਆਪਣਾ ਜਿਹੜਾ ਆਪਣੇ ਦਾ ਉਹਦਾ ਰੱਬ ਦਾ ਚੇਲਾ ਕੀ ਹੈ, ਸਾਡੇ ਭਗਤ ਹੋਣਗੇ। ਜਿੱਥੇ ਚੇਲਾ ਆ ਜਾਏ ਸਾਡੇ 'ਚੋਂ ਭਗਤ ਨੇ। ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਸਾਡੀ ਬਾਣੀ 'ਚ ਚੇਲਾ ਨਹੀਂ ਚੱਲੇਗਾ, ਸਾਡੀ ਬਾਣੀ 'ਚ ਭਗਤ ਚੱਲਣਗੇ। ਲੇਕਿਨ ਉਹ ਸਿੱਧ ਗੋਸ਼ਟਾਂ 'ਚ ਉਹ ਗੋਰਖ ਦੇ ਚੇਲੇ ਸੀ, ਗੋਰਖ ਗਾਂ ਮਾਇਆ ਮਛੰਦਰ ਦਾ ਚੇਲਾ ਸੀ। ਇਸ ਤਰ੍ਹਾਂ ਸਾਡਾ ਚੇਲਾ ਜਿਹੜਾ ਅਸੀਂ ਸ਼ਬਦ ਸੁਰ ਤੇ ਧੁੰਨੇ ਚੇਲਾ ਜਿਹੜਾ ਸ਼ਬਦ ਜਪਦੇ ਉਹ ਜਿਹੜੀ ਧੁਨ ਉੱਠਦੀ ਉਹਦੇ 'ਚ ਮੈਂ ਆਪਣੀ ਸੁਰਤ ਕੱਢਦਾ ਔਰ ਮੈਂ ਅੰਦਰਲੀ ਚੜ੍ਹਾਈ ਲੈ ਜਾਂਦਾ। ਇਸ ਕਰਕੇ ਮੇਰਾ ਇਹਦੇ ਨਾਲ ਪਹਿਲਾਂ ਈਗੋ ਮਰਦੀ ਅੰਦਰਲੀ। ਹਾਂ ਮੂਆ ਮੈਂ ਮਾਰਿਆ ਪਵਨ ਵਹਿ ਦਰਿਆਓ ਤੂੰ ਵਾਪਸ ਆ ਜਾਂਦਾ ਮੈਂ। ਤ੍ਰਿਸ਼ਨਾ ਥੱਕੀ, ਜਿਹੜੀ ਤ੍ਰਿਸ਼ਨਾ ਐਡੀ ਡੈਣ ਸੀ ਅੰਦਰ, ਤ੍ਰਿਸ਼ਨਾ ਅੰਦਰ, ਤ੍ਰਿਸ਼ਨਾ ਅੱਗ ਸਾਡੀ ਪੰਜਾਂ ਦੀ ਅੱਗ ਹੈ। 5 ਅੱਗਾਂ ਸਾਡੇ ਬਣਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਕ ਅੱਗ ਨਹੀਂ ਮਾਣ। 5 ਅੱਗਾਂ ਸਾਡੇ ਅੰਦਰ ਬਲ ਰਹੀਆਂ, ਇਹ ਬੁੱਝ ਜਾਂਦੀਆਂ। ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰੱਤਾ ਨਾਏ, ਰੰਗਿਆ ਨਹੀਂ ਲਿਖਿਆ। ਰੰਗਾ ਨੀਵੀਂ ਸਟੇਜ ਹੈ, ਰੰਗੇ ਤੋਂ ਗਾਂਹ ਫਿਰ ਰੱਤਾ ਆਉਂਦਾ। ਜਿਸ ਤਰ੍ਹਾਂ ਬੇਰੀ ਨੂੰ ਬੇਰ ਲੱਗਦੇ ਹੈ, ਪਹਿਲਾਂ ਲਿੱਲਾਂ ਹੁੰਦੀਆਂ, ਪੀਲਾ ਹੁੰਦਾ, ਫਿਰ ਉਹ ਲਾਲ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਲਾਲ ਵੀ ਹੁੰਦਾ ਹੈ ਉਦੋਂ ਵੀ ਡਾਣੀ ਨਹੀਂ ਛੱਡਦਾ ਬੇਰ। ਜਦੋਂ ਐਨ ਸੂਹਾ ਬੇਰ ਹੋ ਜਾਂਦਾ, ਰੱਤਿਆ ਜਾਂਦਾ ਜਿਹਨੂੰ ਕਹਿੰਦੇ, ਉਹ ਡਾਣੀ ਛੱਡ ਦਿੰਦਾ। ਉਹ ਪੱਕਿਆ ਬੇਰ ਹੁੰਦਾ, ਉਹ ਪ੍ਰਵਾਨ ਹੈ। ਇਸੇ ਕਰਕੇ ਮਹਾਰਾਜ ਨਾ
ਮਹੱਲੇ ਪੰਜਵੇਂ ਨਾਲ ਸਲੋਕ ਹੀ ਦਿੱਤੇ ਅਖੀਰ ਤੇ ਭੋਗ ਤੇ। ਰੱਤੇ ਸਿਆਈ ਜੇ ਮੁਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈਂ, ਝੜ ਝੜ ਪੈਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਇਹ ਭਗਤਾਂ ਬਿਆਸੀਆਂ ਦੀ ਹਾਲਤਾਂ ਹੋ ਜਾਂਦੀਆਂ। ਜੇ ਰੰਗ ਚੜ ਗਿਆ ਇਹ ਨਾ ਸਮਝੋ ਅਸੀਂ ਪਹੁੰਚ ਗਏ, ਨਹੀਂ। ਰੱਤੇ ਦੀ ਸਟੇਜ ਗਾਂਹ ਉਹਦੇ ਨਾਲ ਵੀ ਉੱਚੀ ਹੈ। ਤੋ ਰੱਤੇ ਸੇਈ ਜਿਹੜੇ ਨਾਮ ਜਪਣ ਤੂੰ ਮੂੰਹ ਮੋੜਨ ਹੀ ਨਾ ਕਦੀ। ਰੱਤੇ ਸੇਈ ਜੇ ਮੁਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈਂ, ਝੜ ਝੜ ਪੈਂਦੇ ਬਾਕੀ ਰਾਹ 'ਚ ਹੀ ਕਈ ਝੜ ਜਾਂਦੇ। 82 ਸਪਾਜ ਸਾਨੂੰ ਰੰਗ ਚੜ ਗਿਆ, ਮਿਲ ਗਿਆ ਕੁਛ ਨਹੀਂ। ਆ ਰੱਤਾ ਲਫ਼ਜ਼ ਆ ਰਿਹਾ ਹੈ, ਜਾਂ ਮਨ ਰੱਤਾ ਨਾ ਹੈ। ਰੱਤੇ ਰੰਗਾ ਤੇ ਰੱਤੇ ਤੂੰ ਖਬਰਦਾਰ ਰਹਿਣਾ। ਰੰਗੇ ਨੀਵੀਂ ਸਟੇਜ ਆ, ਰੱਤਾ ਸਭ ਤੋਂ ਉੱਚੀ ਸਟੇਜ ਹੈ। ਤੋ ਇਸ ਸ਼ਲੋਕ 'ਚ ਮਹਾਰਾਜ ਕਹਿ ਰਹੇ, ਹਾਂ ਮੂਆ ਮੈਂ ਮਾਰਿਆ, ਪਵਨ ਵਹੇ ਦਰਿਆਓ ਪਵਨ ਉਹੀ ਵਾਹੇ। ਮੈਂ ਖਿੱਚਦਾ ਔਰ ਗੁਰੂ ਬਾਹਰ ਕੱਢਦਾ, ਇਸ ਇੱਕ ਗੇੜੇ ਨਾਮਾ ਉਹਦੇ ਦਰ ਤੋਂ ਵਾਪਸ ਆ ਜਾਂਦਾ। ਉਹ ਦਰ ਸਾਡੇ ਅੰਦਰ ਹੀ ਹੈ। ਤ੍ਰਿਸ਼ਨਾ ਥੱਕੀ ਨਾਨਕਾ, ਜਾਂ ਮਨ ਰੱਤਾ ਨਾਏ। ਜਦੋਂ ਮਨ ਐਨ ਰੱਤਿਆ ਜਾਂਦਾ, ਉਦੋਂ ਇਹ ਤ੍ਰਿਸ਼ਨਾ ਡੈਣ ਮਗਰੋਂ ਲੱਥਦੀ ਹੈ। ਬਾਣੀ ਚਾਹੁੰਦਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰੇ ਨਾਤਾ। ਮਹੱਲਾ ਤੀਜਾ। ਕਹਿੰਦੇ ਅੰਦਰੋਂ ਤ੍ਰਿਸ਼ਨਾ ਜਦੋਂ ਅੱਗਾਂ ਬੁਝ ਗਈਆਂ ਤੇ ਮੈਂ ਅੰਮ੍ਰਿਤ ਦਾ ਸਾਰ ਅੰਦਰ ਖੁੱਲ੍ਹ ਗਿਆ, ਮੈਂ ਉਹਦੇ 'ਚ ਨਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰੇ ਨਾਤਾ। ਅੰਦਰ ਨਹਾਉਣਾ ਹੈ ਉਸ 'ਚ। ਤ੍ਰਿਸ਼ਨਾ ਥੱਕੀ ਨਾਨਕਾ, ਜਾਮਨ ਰੱਤਾ ਨਾਏ। ਲੋਇਣਾ 'ਚੋਂ ਵੀ ਅੰਮ੍ਰਿਤ ਬਣਨ ਲੱਗ ਪਿਆ। ਐਸੀਆਂ ਰਸ ਭਿੰਨੀਆਂ ਅੱਖਾਂ ਹੋ ਗਈਆਂ, ਜਿਹੜਾ ਕੋਈ ਦੇਖਦਾ ਵੀ ਹੈ ਕਹਿੰਦਾ ਹੈ ਕੈਸਾ ਸਰੂਰ ਹੈ ਇਹਦੀਆਂ ਅੱਖਾਂ 'ਚ, ਲਾਲੀ ਹੈ। ਤੋ ਲੋਇਣ ਕਹਿੰਦੇ ਅੱਖਾਂ ਨੂੰ ਲੋਇਣ ਰੱਤੇ। ਲੋਇਣੀ, ਲੋਇਣੀ ਹੈ ਰੱਬ ਵੱਲ ਇਸ਼ਾਰਾ, ਪਰਮੇਸ਼ਰ ਵੱਲ। ਉਹਦੇ ਰੰਗ ਦੇ ਵਿੱਚ ਲੱਤੇ ਗਏ। ਲੋਇਣ ਰੱਤੇ, ਰੰਗੇ ਵੀ ਨਹੀਂ ਗਏ, ਰੱਤੇ ਲੋਇਣੀ ਰੱਬ ਦੇ ਨਾਮ ਦੇ ਵਿੱਚ। ਤੇ ਕੰਨਾਂ, ਕੰਨ ਕਾਹਦੇ ਨਾਂ ਹੋ ਗਏ? ਕਹਿੰਦਾ ਕੰਨਾਂ ਤੇ ਮੈਂ ਬੋਲਾਂਗਾ। ਸੁਆਏ ਜਿਹੜਾ ਮੈਂ ਸ਼ਬਦ ਜਪਦਾ ਉਹ ਹੀ ਸੁਣਦਾ, ਔਰ ਅਨਹਦ ਸ਼ਬਦ ਸੁਣਨ ਲੱਗ ਪਿਆ ਮੈਨੂੰ। ਦੁਨੀਆ ਦੀ ਕੋਈ ਹੋਰ ਆਵਾਜ਼ ਹੀ ਨਹੀਂ ਮੇਰੇ ਅੰਦਰ ਆਉਂਦੀ। ਤੋ ਕੰਨੀ ਸੁਰ ਤੇ ਸਮਾਏ। ਜਿੰਨੀ ਮੇਰੀ ਸੁਰਤ ਸੀ ਉਹ ਸਾਰੀ ਕੰਨਾਂ 'ਚ ਹੀ ਆ ਗਈ, ਕਿਸੇ ਵੱਲ ਬਾਹਰ ਸੁਰਤ ਨਹੀਂ ਜਾਂਦੀ। ਦੇਖੋ ਬਾਬੇ ਦੀ ਚੜਾਈ। ਹਾਂ ਮੂਆ ਮੈਂ ਮਾਰਿਆ, ਪਾਉਣ ਵਹਿ ਦਰਿਆਓ। ਤ੍ਰਿਸ਼ਨਾ ਥੱਕੀ ਨਾਨਕਾ, ਪਰ ਜਾਂਦੀਆਂ ਸਾਰੀਆਂ ਚੀਜ਼ਾਂ ਹੋ ਗਈਆਂ। ਜਾਂ ਮਨ ਰੱਤਾ ਨਾਏ, ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ। ਕਹਿੰਦਾ ਜੀਵ ਨੂੰ ਮੇਰੀ ਨੂੰ ਕੀ ਹੋ ਗਿਆ, ਇੰਨਾ ਸਵਾਦ ਆ ਰਿਹਾ ਇਹਦੇ। ਜੀਵ ਰਸਾਇਣੇ, ਰਸਾਇਣ ਕਹਿੰਦੇ 100 ਦੁਆਵਾਂ ਦੀ ਇੱਕੋ ਦੁਆ। ਉਹ ਹੈ ਪਰਮੇਸ਼ਰ ਦਾ ਨਾਮ ਦੀ ਕਲਾ ਵਰਤ ਗਈ। ਮੇਰੀ ਜੀਵ ਤੇ ਜੀਵ ਰਸਾਇਣੇ ਚੂੰਡੜੀ, ਚੂੰਡੀ ਕਹਿੰਦੇ ਚੁੰਗਣ ਨੂੰ। ਜਿੱਦਾਂ ਕੋਈ ਬੱਚਾ ਗਾਂ ਦੇ ਥਣਾ ਨੂੰ ਚੁੰਗ ਰਿਹਾ ਹੋਵੇ ਸਾਰਾ, ਕਹਿੰਦਾ ਇੱਦਾਂ ਮੈਂ ਨਾਮ ਦੇ ਰਸ ਨੂੰ ਚੁੰਗ ਰਿਹਾ ਮੇਰੀ ਜੀਵ। ਜੀਵ ਰਸਾਇਣੇ ਔਰ 100 ਦੁਆਵਾਂ ਦੀ ਦੁਆ ਹੈ। ਰਸਾਇਣ ਮੇਰੇ ਕੋਲ ਪਰਮੇਸ਼ਰ ਦਾ ਨਾਮ ਦੀ ਕਲਾ ਵਰਤੀ। ਮੇਰੀ ਜੀਭ ਵੀ ਲਾਲ ਲਵਾਏ, ਰੱਤੀ ਲਾਲ ਲਵਾਏ। ਉਹੀ ਲਾਲ ਵੀ ਜੀਭ ਵੀ ਨੈਣ ਹੋ ਗਏ ਉਹੋ ਜਿਹੇ ਰਸੀਲੇ, ਅੰਮ੍ਰਿਤ ਭਿੰਨੇ। ਬਾਕੀ ਕੰਨਾਂ ਦੇ ਵਿੱਚ ਅਨਹਦ ਸ਼ਬਦ ਸੁਣ ਰਿਹਾ, ਔਰ ਜੀਵ ਰਸਾਇਣੇ ਚੂਰਨੀ, ਮੇਰੀ ਜੀਵ 'ਚ ਹੀ ਇੰਨਾ ਸਵਾਦ ਆ ਰਿਹਾ। ਤੇ ਰੱਤੀ ਲਾਲ ਲਵਾਏ। ਔਰ ਅੰਦਰ ਕੀ ਹੈ? ਅੰਦਰ ਖੁਸ਼ਬੂਆਂ ਦਾ ਅੰਤ ਹੀ ਕੋਈ ਨਹੀਂ। ਅਭਿਆਸੀ ਤੇ ਕਲਾ ਵਰਤ ਜਾਂਦੀ ਹੈ। ਅੰਦਰ ਇੰਨੀਆਂ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਕਿਸਮਾਂ ਅਭਿਆਸੀ ਬਾਹਰ ਭੱਜਦਾ ਫਿਰ ਵੀ ਖਰੇ ਕਿੱਥੋਂ ਆ ਰਹੀ ਹੈ। ਕਈਆਂ ਦੀ ਐਸੀ ਹਾਲਤ ਹੋ ਜਾਂਦੀ ਹੈ, ਜਿੱਦਾਂ ਮਹਾਰਾਜ ਨੇ ਲਿਖਿਆ ਵੀ ਜਿਹੜਾ ਹਰਨ ਹੁੰਦਾ ਹੈ, ਜਦੋਂ ਇਹ ਗੰਡੇ ਹੇੜੀ, ਇਹਦੇ ਜਿਹੜੇ ਇੱਕ ਐਸਾ ਹਰਨ ਹੁੰਦਾ ਜਿਹਦੀ ਧੁੰਨੀ 'ਚ ਮੁਸ਼ਫਾ ਹੁੰਦਾ, ਖੁਸ਼ਬੂ ਹੁੰਦੀ ਸਾਰੀ। ਉਹਨੂੰ ਖੁਸ਼ਬੂ ਵਾਲਾ ਮਤਲਬ ਉਹ ਜਿਹੜਾ ਹਰਨ ਹੁੰਦਾ ਉਹਦੇ ਅੰਦਰੋਂ ਖੁਸ਼ਬੂ ਆਉਂਦੀ ਹੈ, ਪਰ ਉਹ ਝਾੜੀਆਂ 'ਚ ਬੂਥੀਆਂ ਦਿੰਦਾ ਫਿਰਦਾ, ਕਿੱਥੋਂ ਖੁਸ਼ਬੂ ਆਉਂਦੀ? ਖੁਸ਼ਬੂ ਉਹਦੇ ਅੰਦਰ ਹੁੰਦੀ ਹੈ। ਇਸ ਕਰਕੇ ਇਹ ਆਉਣੀ, ਬਲਕਿ ਨਾਲ ਦੇ ਸਾਥੀਆਂ ਅਭਿਆਸੀਆਂ ਨੂੰ ਸਾਰਿਆਂ ਨੂੰ ਦੂਰ ਦੂਰ ਤੱਕ ਖੁਸ਼ਬੂਆਂ ਫੈਲ ਜਾਂਦੀਆਂ। ਇਹਨੂੰ ਅੰਦਰ ਖੁਸ਼ਬੂਆਂ ਦਾ ਆਉਣਾ, ਰਸਨਾਂ ਦਾ ਭਿੱਜੇ, ਲੋਇਣ ਐਸੇ ਰਸੀਲੇ ਹੋ ਜਾਣੇ, ਔਰ ਅੰਦਰੋਂ ਤ੍ਰਿਸ਼ਨਾ ਮੁੱਕ ਜਾਣੀ। ਬਾਬੇ ਦੀ ਪਹਿਲੀ ਸਲੋਕ ਹੈ, ਜਿਹੜਾ ਕਿ ਪਹਿਲੇ ਛਾਨਾ ਗੁਰੂ ਰਾਮਦਾਸ ਸਾਹਿਬ ਨੇ ਫਿਰ ਛੱਕਾ ਲਾਇਆ ਪਹਿਲਾ ਹੀ। ਉਹ ਅਸੀਂ ਫੇਰ ਪੜ੍ਹਦੇ ਪਹਿਲਾਂ ਸਾਰਾ। ਹਾਂ ਮੂਆ ਮੈਂ ਮਾਰਿਆ, ਪਵਨ ਵਹਿ ਦਰਿਆਓ। ਤ੍ਰਿਸ਼ਨਾ ਥੱਕੀ ਨਾਨਕਾ, ਜਾਮਨ ਰੱਤਾ ਨਾਏ। ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ।
ਜੀਵ ਰਸਾਇਣੇ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਐਸੀ ਆ ਮਿਹਰ ਦੀ ਅਵਸਥਾ ਹੋ ਗਈ। ਇਸ ਕਰਕੇ ਇਹ ਜਿਹੜੀ ਐਸ ਛੰਦ ਨਾਲ ਖੂਬ ਹੁਣ ਦੇਖੋ ਗੁਰੂ ਦੇ ਉੱਤੋਂ ਦੀ ਗਿਆਨ ਨਹੀਂ ਕੀਤਾ ਕਿਸੇ ਮੱਲੇ ਨਾਲ। ਬਾਬੇ ਨਾਨਕ ਦੇ ਗਿਆਨ ਦੇ ਥੱਲੇ ਥੱਲੇ ਰਹਿ ਕੇ ਉਹਨੂੰ, ਕਿਉਂਕਿ ਪੋਥੀ ਚਲੀ ਜਾਂਦੀ ਸੀ ਅਗਲੇ ਕੋਲ, ਉਹਨਾਂ ਨੇ ਪੋਥੀ ਸ਼ਬਦ ਪੜ੍ਹਿਆ ਹੋਣਾ ਗੁਰੂ ਨਾਨਕ ਦਾ, ਔਰ ਸਾਰਾ ਉਹਨਾਂ ਨੇ ਫਿਰ ਆ ਛੰਦ ਰਚਿਆ। ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮੇ ਰਤਨਾ ਰਾਮ ਰਾਜੇ ਮਨ ਰਾਮੇ ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰਮੁਖੇ ਰੰਗੇ ਚਲੂਲਿਆ ਮੇਰਾ ਮਨੋ ਤਨੋ ਪਿੰਨਾ ਜਾਂ ਨਾਨਕ ਮੁਸ਼ਕੇ ਚ ਘੋਲਿਆ। ਉਹੀ ਲਫ਼ਜ਼ ਆ ਰਹੇ ਹੈ, ਕਿਉਂਕਿ ਪੋਥੀ ਸਾ ਉਹਨਾਂ ਦੇ ਕੋਲ ਹੁੰਦੀ ਸੀ ਅਗਲੇ ਗੁਰੂ ਕੋਲ। ਉਹ ਉਸੇ ਤਰ੍ਹਾਂ ਉਹਨੂੰ ਹੀ, ਇਸ ਕਰਕੇ ਬਾਬੇ ਨਾਨਕ ਦੇ ਸ਼ਬਦਾਂ ਦੀ, ਸਾਰਾ ਗੁਰੂ ਗ੍ਰੰਥ ਸਾਹਿਬ ਕੀ ਹੈ? ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਦੀ ਐਲੈਬੋਰੇਸ਼ਨ ਹੈ, ਉਹਨੂੰ ਖੋਲਿਆ। ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮੇ ਰਤਨਾ ਰਾਮ ਰਾਜੇ ਮਨ ਰਾਮੇ ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰਮੁਖੇ ਰੰਗੇ ਚਲੂਲਿਆ ਮੇਰਾ ਮਨ ਤਨੋ ਪਿੰਨਾ ਜਾਂ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧੰਨਾ। ਸਾਰਾ ਮੇਰਾ ਜਨਮ ਇੱਥੇ ਆਣ ਕੇ ਪਹਿਲਾ ਛੱਕਾ ਹੈ। ਹੁਣ ਤੁਸੀਂ ਦੇਖ ਰਹੇ ਪਹਿਲੇ ਛੱਕੇ ਦੇ ਨਾਲ ਪੌੜੀ ਸ਼ੁਰੂ ਕਰ ਦਿੰਦੇ ਵਾਰ ਸਲੋਕਾਂ ਨਾਲ, ਸਲੋਕੀ ਮਹੱਲੇ ਪਹਿਲੇ ਕੇ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਜੋ ਹਾਰੀ ਬਾਬਾ, ਉਹਦਾ ਕੋਈ ਭਾਵ ਮਿਲਦਾ। ਇਸ ਕਰਕੇ ਛੱਕੇ ਅਲੱਗਾ ਪੜ੍ਹਨੇ ਚਾਹੀਦੇ ਹੈ, ਛੱਕੇ ਛੰਦ। ਔਰ ਆਸਾ ਦੀ ਵਾਰ ਨਰੋਲ ਪੁਰਾਤਨ ਸਿੰਘਾਂ ਵਾਂਗੂ ਇੱਕ ਥਾਂ ਲਿਖੀ ਹੈ ਸਾਰੀ, ਲੇਕਿਨ ਇਹਨਾਂ ਨੇ ਹੁਣ ਵਿੱਚ ਆ ਛੰਦ ਲਾਉਣੇ ਸ਼ੁਰੂ ਕਰਤੇ, ਜਿਹਦੇ ਨਾਲ ਉਹਦਾ ਭਾਵ ਅਰਥ ਇਹ ਸਾਰਾ ਕਿਉਂ ਹੋ ਰਿਹਾ। ਉਹ ਕਹਿੰਦੇ ਜੀ ਬਾਣੀ ਸਮਝਣ ਦੀ ਲੋੜ ਨਹੀਂ ਹੈ, ਸਾਨੂੰ ਬੜੀਆਂ ਇੰਟਰਸਟਿੰਗ ਈਮੇਲਾਂ ਆ ਰਹੀਆਂ ਜੀ ਇਹਨੂੰ ਕੌਣ ਸਮਝ ਸਕਦਾ ਬਾਣੀ ਨੂੰ, ਇਹ ਤੇ ਬਾਣੀ 'ਚ ਹੀ ਕਲਾ ਹੈ। ਅਸੀਂ ਕਿਉਂ ਬਾਣੀ ਬਾਬਾ ਨਾਨਕ ਆ ਕਿਉਂ ਲਿਖਦਾ ਵੇ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਔਰ ਫਿਰ ਉਹ ਲਿਖਦੇ ਵੀ ਪੜ੍ਹ ਗੱਡੀ ਲੱਦੀਏ ਪੜ੍ਹ ਧਾੜੀ ਆਸਾ ਦੀ ਵਾਰ ਜੀ ਕਹਿੰਦੇ ਉਹ ਨਾਨਕ ਲਿਖੇ ਇੱਕ ਗੱਲ। ਔਰ ਫਿਰ ਬਾਬਾ ਨਾਨਕ ਲਿਖਦਾ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਬਾਬੇ ਨਾਨਕ ਦੇ ਸਟੈਂਡਿੰਗ ਆਰਡਰ ਹੋਣ ਸੱਚ ਹੈ। ਬਾਣੀ ਤੋਂ ਬਾਹਰਲਾ ਕੋਈ ਉਧਾਰ ਕੋਈ ਕਿਤਾਬ ਲਿਖ ਗਿਆ, ਕੋਈ ਕਿੱਦਾਂ ਕਹਿ ਰਿਹਾ, ਅਸੀਂ ਸ਼ਬਦਾਂ 'ਚੋਂ ਕੱਢ ਰਹੇ ਹਾਂ ਸਾਰੀ ਚੀਜ਼, ਵੀ ਸਾਰੀ ਚੀਜ਼ ਹੀ ਬਾਣੀ ਤੋਂ ਉਲਟ ਹੋ ਰਹੀ ਹੈ। ਇਸ ਕਰਕੇ ਜਿਹੜੀ ਬਾਣੀ ਹੈ, ਬਾਣੀ ਇਹ ਨਹੀਂ ਕਹਿੰਦੀ, ਬਾਣੀ ਕਹਿੰਦੀ ਜਿੱਦਾਂ ਰਾਸਤਾ ਬਾਣੀ ਦੱਸਦੀ ਹੈ ਅਸੀਂ ਉੱਦਾਂ ਲੱਭ ਰਹੇ। ਹੁਣ ਇਹਨਾਂ ਛੰਦਾਂ ਅਸੀਂ ਇਹ 24 ਛੰਦ ਪੜ੍ਹਾਂਗੇ ਔਰ ਦੇਖੋ ਇਹ 'ਚ ਕਿੰਨਾ ਗਿਆਨ ਆ। ਫਿਰ ਦੇਖੋਗੇ ਵੀ ਹਾਂ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕੀਤਾ ਨਹੀਂ, ਜਿਹਨੂੰ ਗਾ ਲਿਆ ਪੜ੍ਹ ਲਿਆ ਔਰ ਬਸ ਉੱਥੋਂ ਬਾਅਦ ਸਾਰਾ ਪੀਰ 'ਚ ਪਾਰਸ ਕਲਾ। ਅਸੀਂ ਹੱਥ ਜੋੜ ਕੇ ਸਾਰੀ ਦੁਨੀਆ 'ਚ ਬੇਨਤੀ ਕਰ ਰਹੇ ਹਾਂ ਲੋਕਾਂ ਨੂੰ ਵੀ ਬਾਣੀ 'ਚ ਗਿਆਨ ਕਲਾ ਹੈ ਔਰ ਪਰਮੇਸ਼ਰ ਦਾ ਨਾਮ ਜਿਹੜਾ ਜਪਣਾ ਹੈ ਉਹਦੇ 'ਚ ਪਾਰਸ ਅੰਮ੍ਰਿਤ ਕਲਾ ਹੈ। ਇਸ ਕਰਕੇ ਆ ਹੁਣ ਅਸੀਂ ਕਰ ਰਹੇ ਹਾਂ ਵੀ ਆ ਛੰਦ ਲੈ ਲਿਆ, ਹੁਣ ਅਸੀਂ ਅਗਲਾ ਇਸੇ ਦਾ ਸ਼ਲੋਕ ਮਹੱਲੇ ਚੌਥੇ ਦਾ ਦੂਸਰਾ ਛੰਦ ਲੈਣ ਲੱਗੇ ਹਾਂ। ਦੂਸਰਾ ਛੰਦ ਹੈ ਇਹੋ ਪੰਨੇ ਦੇ ਉੱਤੇ ਹੀ ਹੈ 448 448 ਦੇ ਉੱਤੇ। ਹਰ ਪ੍ਰੇਮ ਬਾਣੀ ਮਨ ਮਾਰਿਆ। ਮਨ ਕਦੀ ਮਰ ਜਾਏਗਾ ਬਾਣੀ ਪੜ੍ਹਨ? ਇੱਥੇ ਬਾਣੀ ਦਾ ਮਤਲਬ ਹੈ ਗੁਰਮੰਤਰ, ਉਹ ਜਿਹੜਾ ਅਸੀਂ ਜਪਦੇ ਹਾਂ ਨਾਮ ਪਰਮੇਸ਼ਰ ਦਾ। ਹਰ ਪ੍ਰੇਮ ਬਾਣੀ ਮਨ ਮਾਰਿਆ ਇਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤੇ ਸੋ ਆਖੀਏ ਮਰੇ ਜੀਵੇ ਮਰੀਆ ਜਨ ਨਾਨਕ ਸਤੇ ਗੁਰ ਮੇਲੇ ਹਰ ਜੋਗ ਜਗ ਦੁੱਤਰ ਤਰਿਆ। ਆ ਅਗਲਾ ਛੰਦ ਹੈ ਔਰ ਅਸੀਂ ਇਹ ਸ਼ਾਇਦ ਚੱਲਦਾ ਰਹੇ ਅਗਲੀ ਚੌਂਕੀ ਤੱਕ। ਅਸੀਂ ਪਹਿਲਾਂ ਇਹਦਾ ਮੋਟਾ ਮੋਟਾ ਗਿਆਨ ਲੈ ਲੈਂਦੇ ਹਾਂ। ਹਰ ਪ੍ਰੇਮ ਬਾਣੀ ਮਨ ਮਾਰਿਆ, ਬਾਣੀ ਨੂੰ ਬਾਣੀ ਨਹੀਂ ਸਮਝਣਾ। ਇੱਥੇ ਉਹ ਗੁਰਮੰਤਰ ਹੈ, ਸ਼ਬਦ ਹੈ, ਦੀਖਿਆ ਅੰਮ੍ਰਿਤ ਉਪਦੇਸ਼ ਹੈ ਜਿਹੜਾ ਕਿ ਗੁਰੂ ਕੋਲੋਂ ਜਪਣ ਨੂੰ ਸ਼ਬਦ ਮਿਲਦਾ ਹੈ, ਉਹਦੇ ਵੱਲ ਇਸ਼ਾਰਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਐਸੇ ਤੀਰ ਵੱਜੇ ਮੇਰੇ ਜਿਹੜੇ ਕਿ ਐਸ ਕਬੀਰ ਸਾਹਿਬ ਨੇ ਖੋਲ੍ਹਿਆ ਇਹਨੂੰ ਭਈ ਮੇਰੇ ਵੀ ਸਤਿਗੁਰੂ ਨਾਲ ਮੇਰੇ ਔਰ ਉਹ ਸਤਿਗੁਰੂ ਪਾਵਰ ਜਿਹੜਾ ਕਿ ਬਾਬਾ ਨਾਨਕ ਨਹੀਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। 10 ਗੁਰੂਆਂ ਦੇ ਅੰਦਰ ਉਹ ਜੋਤ ਆਈ ਸੀ। ਪਹਿਲਾਂ ਬਾਬੇ ਨਾਨਕ ਦੇ ਅੰਦਰ ਆਈ ਸਤਿਗੁਰੂ ਦੀ ਜੋਤ, ਫਿਰ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ।
ਇਸ ਕਰਕੇ ਉਹ ਜੋਤ 10 ਤੱਕ ਗਈ। ਫਿਰ ਇਸ ਕਰਕੇ ਜਿਹੜਾ ਸਤਿਗੁਰੂ ਦੀ ਜੋਤ ਹੈ ਉਹ ਵੱਡੀ ਜੋਤ ਆ, ਉਹ ਬਾਬੇ ਨਾਨਕ 'ਚ ਪਹਿਲਾਂ ਆਈ। ਔਰ ਕਬੀਰ ਸਾਹਿਬ ਦੇ ਅੰਦਰ ਵੀ ਉਹ ਸਤਿਗੁਰੂ ਆ ਗਿਆ। ਤੇ ਉਹ ਲਿਖਦਾ, ਕਬੀਰ ਗੁੰਗਾ ਹੁਆ ਬਾਵਰਾ, ਧਿਆਨ ਨਾਲ ਸ਼ਲੋਕ ਸੁਣਨ ਵਾਲੇ, ਇਹਨਾਂ ਦਾ ਅਖੰਡ ਪਾਠ ਹੋ ਰਿਹਾ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ, ਮਾਰਿਆ ਸਤੇ ਗੁਰਬਾਨ। ਇਹ ਬਾਣ ਕਿਹੜਾ ਵੱਜਾ ਕਬੀਰ ਸਾਹਿਬ ਨੂੰ? ਉਹ ਵੱਜਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੀ ਅਣੀਆਂ ਰਾਣੀ ਕਹਿੰਦੇ ਆ, ਜਿਹੜੀ ਤੀਰ ਦੇ ਅੱਗੇ ਤਿੱਖੀ ਚੀਜ਼ ਲੱਗੀ ਹੁੰਦੀ, ਅਣੀਆਂ ਚੀਰ ਛੱਡਦੀ ਫੜ ਕੇ। ਕਹਿੰਦੇ ਮੈਨੂੰ ਐਸੇ ਪਰਮੇਸ਼ਰ ਦੇ ਨਾਮ ਦੇ ਬਾਣ ਵੱਜੇ। ਉਹ ਕਹਿੰਦੇ ਵੀ ਉਹ ਸਤਿਗੁਰੂ ਨਾ ਮਾਰੇ ਜਿਹਦੀ ਦੇਹ ਨਹੀਂ। ਕਬੀਰ ਔਰ ਮੈਂ ਮੂੰਹੋਂ ਬੋਲ ਨਹੀਂ ਸਕਦਾ, ਗੂੰਗਾ ਹੋ ਗਿਆ। ਕਬੀਰ ਗੂੰਗਾ ਹੁਆ ਬਾਵਰਾ, ਮੈਂ ਪਾਗਲ ਵਰਗਾ ਹੋ ਗਿਆ। ਐਸੀ ਦਸ਼ਾ ਹੋ ਜਾਂਦੀ ਹੈ ਪਹਿਲੀ ਝਲਕ ਦੇ ਵਿੱਚ ਹੀ। ਕਬੀਰ ਗੂੰਗਾ ਹੁਆ ਬਾਵਰਾ, ਔਰ ਮੇਰੇ ਕੰਨਾਂ 'ਚ ਸਿਵਾਏ ਸ਼ਬਦ ਤੋਂ ਹੋਰ ਕੋ ਸੁਣਦਾ ਨਹੀਂ। ਬਹਿਰੇ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ। ਇਹ ਨਹੀਂ ਵੀ ਉਹ ਪਿੰਗਲੇ ਬਣ ਗਏ ਸੀ, ਪਾਵੋਂ ਤੇ ਪਿੰਗਲੇ। ਕਹਿੰਦਾ ਮੇਰੇ ਕਿਤੇ ਜਾਣ ਨੂੰ ਜੀ ਨਹੀਂ ਕਰਦਾ। ਉਹ ਕਹਿੰਦਾ ਮੈਂ ਕਿੱਥੇ ਜਾਵਾਂ, ਉਹ ਤੇ ਮੇਰੇ ਸਭ ਕੁਛ ਅੰਦਰ ਆ ਗਿਆ, ਮੈਂ ਬਾਹਰ ਨਹੀਂ ਜਾਂਦਾ, ਹੁਣ ਕਿਤੇ ਨਹੀਂ ਚੁੰਡਾ। ਸਾਡੇ ਹੁਣ ਇਹਨਾਂ ਕਰਦੇ, ਕਦੀ ਹਵਾਈ ਚਲੀਏ, ਕਦੀ ਕਿਸੇ ਦੇਸ਼ 'ਚ, ਕਦੀ ਕਿਸੇ ਦੌੜੇ ਭੱਜੇ। ਹੋ ਤੁਸੀਂ ਆਪਣੇ 9ਵੇਂ ਗੁਰੂ ਵੱਲ ਦੇਖ ਲਓ। ਮਹੱਲਾ ਤੇਗ ਬਹਾਦਰ ਸਾਹਿਬ 26 ਸਾਲ 12 ਸਾਲ ਤੇ ਬਨਵਾਸ ਰਾਮਚੰਦਰ ਨੂੰ ਹੋਇਆ ਸੀ। 26 ਸਾਲ ਬਾਬੇ ਬਕਾਲੇ ਬੈਠੇ ਰਹੇ, ਔਰ ਨਾਲ ਘਰ ਵਾਲੀ ਹੈ। 26 ਸਾਲ ਅਣ ਹੁੰਦਾ, ਕਿਸੇ ਨੂੰ ਪਤਾ ਨਹੀਂ ਪਿੰਡ 'ਚ ਵੀ ਇਹ ਭਗਤੀ ਕਰ ਰਿਹਾ। ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਬਾਅਦ ਉਸ ਪਿੰਡ 'ਚੋਂ ਨਿਕਲੇ, ਔਰ ਕਿਸੇ ਐਸੀ ਲੁਕਵੀਂ ਤਪੱਸਿਆ ਕੀਤੀ। ਉਹ ਸਾਰਾ ਉਹ ਦੇਖੋ, ਮਤਲਬ ਉਹ ਕਹਿੰਦਾ, ਕਿਉਂਕਿ ਉਹ ਕਹਿੰਦੇ ਬਾਹਰ ਕਿਧਰ ਜਾਣਾ, ਸਭ ਕੁਝ ਤੇ ਅੰਦਰ ਹੈ ਸਾਡੇ। ਔਰ ਇਸ ਸਰੀਰ ਦੇ ਵਿੱਚ ਹੀ ਸਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸਾਰੀ ਇੱਕ ਚੀਜ਼ ਸਾਡੇ ਐਸ ਘਰ 'ਚ ਹੋਣੀ ਹੈ, ਐਸ ਕਾਇਆ ਦੇ ਅੰਦਰ। ਤੋ ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ। ਮੈਂ ਕਿਤੇ ਨਹੀਂ ਜਾਂਦਾ ਹੁਣ, ਮੇਰਾ ਮਨ ਅੰਦਰ ਹੈ, ਮੇਰਾ ਰੱਬ ਅੰਦਰ ਆ ਜਾਣਾ, ਮੈਂ ਕਿਤੇ ਨਹੀਂ ਬਾਹਰ ਭੱਜਦਾ। ਪਾਵੋਂ ਤੇ ਪਿੰਗਲ ਪਿਆ, ਮਾਰਿਆ। ਆ ਕਬੀਰ ਸਾਹਿਬ ਦਾ ਕਿਹੜਾ ਸਤਿਗੁਰੂ ਹੋਇਆ? ਇਹੋ ਯੂਨੀਵਰਸਲ ਸਤਿਗੁਰੂ ਹੈ ਜਿਹੜਾ ਕ੍ਰਾਈਸਟ 'ਚ ਵਰਤਿਆ, ਹਜ਼ਰਤ ਮੁਹੰਮਦ ਸਾਹਿਬ 'ਚ ਵਰਤਿਆ, ਔਰ ਉਹਨਾਂ ਨੇ ਆਪਣੇ ਕੁਰਾਨ ਸ਼ਰੀਫ ਦਿੱਤਾ। ਇਹਨੂੰ ਰੱਬੇ ਔਲੀਆ ਨੂੰ, ਜਿਹੜਾ ਪਹਿਲਾ ਰੱਬ ਆਉਂਦਾ, ਜਿਹੜਾ ਜੋੜਨਹਾਰਾ ਲਿੰਕ ਹੈ ਬਿਆਸੀ ਔਰ ਰੱਬ ਦੇ ਦਰਮਿਆਨ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਆਪਣੇ ਨਾਪ ਨਹੀਂ, ਮੇਲੇ ਪ੍ਰਭੂ। ਹਰ ਦਰਗਾਹ ਤੱਕ ਉਹ ਸਤਿਗੁਰੂ ਜਾਂਦਾ। ਉਹੀ ਆ ਕਬੀਰ ਸਾਹਿਬ ਦੇ ਅੰਦਰ ਆ ਗਿਆ, ਔਰ ਉਹਨੇ ਪਹਿਲੀ ਕਲਾ ਵਰਤਾਈ, ਸਤਿਗੁਰ ਮਾਰਿਆ ਬਾਣ। ਕਬੀਰ ਗੂੰਗਾ ਹੁਆ ਬਾਵਰਾ, ਬਹਿਰੇ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਕਬੀਰ ਸਤਿਗੁਰ ਸੂਰਮੇ, ਆਗਰਾ ਸੋ ਕੇ ਦੇਖੋ ਨਾਲ ਹੀ। ਕਬੀਰ ਸਤਿਗੁਰ ਸੂਰਮੇ, ਉਹਦੇ ਤਾਕਤ ਹੈ, ਸਾਡੀ ਪਾਵਰ ਹੈ, ਹਸਤੀ ਲੱਭੀ ਜਿਹੜਾ ਸਤਿਗੁਰੂ ਵਜੂਦ ਹੈ। ਕਬੀਰ ਸਤਿਗੁਰ ਸੂਰਮੇ, ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਾ ਕਲੇਜੇ ਸ਼ੇਕ। ਭੋਏ ਦਾ ਮਤਲਬ ਹੈ ਮੈਂ ਸਾਰੀ ਦੁਨੀਆ ਦੀ ਮੈਨਕਾਇੰਡ ਦੀ ਖਾਕ ਬਣ ਗਿਆ, ਮੈਂ ਗਰੀਬ ਹੈ ਵੀ ਲਾਗਤ ਹੀ ਭੋਏ। ਕਹਿੰਦੇ ਜ਼ਮੀਨ ਤੇ ਮੈਂ ਪੈ ਗਿਆ, ਔਰ ਮੇਰੇ ਕਲੇਜੇ 'ਚ ਛੇਕ ਪੈ ਗਿਆ। ਮਤਲਬ ਐਸਾ ਇਹ ਆਣ ਕੇ ਉਹਦਾ ਸ਼ਬਦ ਦਾ ਝਲਕਾਰਾ ਵੱਜਾ ਪਹਿਲੀ ਝਲਕ ਦੇ ਨਾਲ ਹੀ ਆਹ ਹਾਲਤਾਂ ਹੋ ਗਈਆਂ। ਕਬੀਰ ਸਤਿਗੁਰ ਸੂਰਮੇ, ਬਾਇਆ ਬਾਣ ਜੋ ਏਕੋ, ਕੱਕੇ ਨੂੰ ਔਂਕੜ ਹੈ ਏਕੋ, ਲਾਗਤ ਹੀ ਭੋਏ ਗਿਰੇ ਪਰਾ ਕਲੇਜੇ ਛੇਕ। ਮਤਲਬ ਇੰਨੀ ਅੰਦਰ ਗਰੀਬੀ ਆ ਜਾਂਦੀ ਹੈ, ਜਿਹੜੀ ਕਿ ਗੁਰੂਆਂ 'ਚ ਹਾਦੀ ਸੀ ਵੀ ਉੱਤੇ ਆਪਣਾ ਨਾਂ ਨਹੀਂ ਲਿਖਿਆ, ਮਹੱਲੇ ਚੱਲਣਗੇ। ਡੰਕੇ ਦੀ ਚੋਟ ਨਾਲ ਸਾਰੀ ਦੁਨੀਆ 'ਚ ਮੈਸੇਜ ਭੇਜ ਰਹੇ ਆ ਵੀ ਸਾਨੂੰ ਇਹ ਚੀਜ਼ਾਂ ਜੋ ਕਰ ਰਹੇ ਹੋ ਕੱਢ ਕੇ ਦੱਸੋ ਵੀ ਲਿਖੀਆਂ ਕਿੱਥੇ। ਲਿਖੀਆਂ ਨਹੀਂ ਹੈ, ਇਹ ਗਾਂ ਤੋਂ ਗਾਂ ਐਸੇ ਹੀ ਆ। ਗਾਂ ਦੁਨੀਆ ਜਿਹੜੀ ਐਸਾ ਗਿਆਨ ਸਾਰੀ ਦੁਨੀਆ 'ਚ ਫੈਲ ਰਿਹਾ, ਉਹ ਕਹਿਣਗੇ ਹੱਦ ਦਾ ਗਿਆਨ ਵੀ ਇਹਦੇ ਉੱਤੇ ਰਾਈਟਰ ਦਾ ਨਾਂ ਹੀ ਹੈ ਨਹੀਂ। ਕੋਈ ਇੰਨੇ ਵੀ ਮਰ ਜਾਂਦਾ ਬੰਦਾ। ਦੇਖੋ ਮਹੱਲੇ ਨੇ ਕਿਸੇ ਨੇ ਆਪਣਾ ਨਾਂ ਨਹੀਂ ਲਿਖਿਆ। ਮਹੱਲਾ ਪਹਿਲਾ ਹੈ, ਜੋ ਗਾਏਗਾ ਪਲਟੇਗਾ, ਔਰ ਇਸ ਗਿਆਨ ਦੀ ਕਦਰ ਹੋਏਗੀ। ਔਰ ਉੱਥੋਂ ਬਾਅਦ ਕਬੀਰ ਸਤਿਗੁਰ ਸੂਰਮੇ, ਬਾਇਆ ਬਾਣ ਜੋ ਇੱਕ, ਲਾਗਤ ਹੀ ਭੋਏ। ਭੋਏ ਦਾ ਮਤਲਬ ਮੈਂ
ਧਰਤੀ ਤੇ ਮਤਲਬ ਮੈਂ ਸਾਰਿਆਂ ਨੂੰ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਕਰਕੇ ਇਹ ਜਿਹੜਾ ਬਾਣ ਲੱਗਣਾ ਹੈ ਇਹ ਬਾਣ ਐਸਾ ਹੈ ਜਿਹੜਾ ਗੁਰਮੰਤਰ ਦਾ ਗੁਰੂ ਕੋਲੋਂ ਤੁਸੀਂ ਜਪਦੇ ਹੋ ਉਹਦਾ ਬਾਣ ਵੱਜਦਾ। ਉਹ ਕੀ ਆ ਬਾਬਾ ਨਾਨਕ ਕਹਿੰਦੇ ਜਦੋਂ ਮੇਰੇ ਸਤਿਗੁਰੂ ਦਾ ਬਾਣ ਮੈਨੂੰ ਵੱਜਾ ਮੈਂ ਕੀ ਕੀਤਾ ਮੈਂ ਆਹ ਕੰਮ ਸ਼ੁਰੂ ਕਰ ਦਿੱਤਾ ਦਿਨ ਰਾਤ ਇੱਕੇ ਆਖੈ ਸਬਦ ਭਾਖੈ ਆਰਦਿਓ ਰਦ ਦਿਨ ਰਾਤੇ ਆਰਦਿਓ ਰਦ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।